डिस्कस करना है वो है वर्धना का उथान, दक्षिण के राज अते प्राप्तियां अते उन्हां दी देन। जिवें कि तुहानूं पता ही है कि 6वीं सदी दे विच जदों गुप्त साम्राज का पतन हो गया सी तो उस तो बाद उत्तरी भारत दे विच बहुत छोटे छोटे राजां का जन्म हो गया, जिवें कि उत्तर पश्चिम दे विच हूण, मगध दे पछलेरे गुप्त राजे और कनौज दे मौखरी राजे, इस तरह कामरूप दे अपना जिहड़े सीगे वर्मन राजे, वल्लभी दे मैत्रिक, तां ਉਹ ਸਾਰੇ ਜਿਹੜੇ ਸੀਗੇ ਉਸ ਸਮੇਂ ਛੋਟੇ ਛੋਟੇ ਰਾਜ ਕਾਇਮ ਹੋ ਗਏ ਸੀਗੇ ਅਤੇ ਥਨੇਸ਼ਵਰ ਵਿੱਚ ਜਿਹੜਾ ਕਿ ਰਾਜ ਸੀਗਾ ਸਥਾਪਿਤ ਹੋਣ ਵਾਲਾ, ਉਹਨਾਂ ਦੇ ਵਿੱਚ ਵਰਧਨ ਰਾਜ ਜਿਹੜਾ ਕਿ ਸਭ ਤੋਂ ਵੱਧ ਜਿਹੜਾ ਪ੍ਰਸਿੱਧ ਹੋਇਆ ਸੀ ਉਸ ਸਮੇਂ ਭਾਰਤ ਜਿਹੜਾ ਸੀਗਾ ਉਹ ਇੱਕ ਉન્નਤੀ ਦੀਆਂ ਸਿਖਰਾਂ ਤੇ ਪਹੁੰਚ ਗਿਆ ਸੀ। ਔਰ ਉਸ ਸਮੇਂ ਕਹਿੰਦੇ ਕਿ ਹਰਸ਼ਵਰਧਨ ਦਾ ਜਿਹੜਾ ਨਾਮ ਹੈ ਇੱਕ ਵਿਸ਼ੇਸ਼ ਵਰਣਨਯੋਗ ਹੈ, ਜਿਸ ਉਸ ਸਮੇਂ ਉਹ ਭਾਰਤ ਦੇ ਵਿੱਚ ਜਿਹੜਾ ਹਰਸ਼ਵਰਧਨ ਦਾ ਸਾਮਰਾਜ बहुत ਸਿਖਰਾਂ ਤੇ ਪਹੁੰਚਿਆ ਸੀ। ਕਹਿੰਦੇ ਉਸ ਸਮੇਂ ਦੇ ਬਾਰੇ ਜੇ ਅਸੀਂ ਜਾਣਕਾਰੀ ਲੈਣੀ ਹੈ ਤਾਂ ਹਰਸ਼ਵਰਧਨ ਦੁਆਰਾ ਲਿਖਤ ਜਿਹੜੀਆਂ ਸਾਡੇ ਕੋਲ ਰਚਨਾਵਾਂ ਹੈਗੀਆਂ, ਉਹ ਕਹਿੰਦੇ ਕਿ ਹਰਸ਼ਵਰਧਨ ਨੇ ਖੁਦ ਵੀ 3 ਨਾਟਕ ਲਿਖੇ ਸੀ ਜਿਹੜੇ ਕਿ ਬੜੇ ਪ੍ਰਸਿੱਧ ਹੋਏ, ਜਿਨ੍ਹਾਂ ਵਿੱਚ ਨਾਗਾਨੰਦ, ਰਤਨਾਵਲੀ ਅਤੇ ਪ੍ਰਿਯਦਰਸ਼ਕਾ ਜਿਹੜੇ ਕਿ ਬੜੇ ਵਰਣਨਯੋਗ ਹਨ। ਇਸ ਤੋਂ ਇਲਾਵਾ ਉਸ ਦੇ ਦਰਬਾਰੀ ਜਿਹੜੇ ਸੀ ਇੱਕ ਬਾਣਭੱਟ, ਉਹਨਾਂ ਨੇ ਵੀ ਉਹ ਕਹਿੰਦੇ ਕਿ ਹਰਸ਼ ਚਰਿਤ ਅਤੇ ਕਦੰਬਰੀ ਜਿਹੜੇ ਸੀਗੇ ਉਹ 2 ਜਿਹੜੇ ਆਪਣਾ ਲਿਖਤਾਂ ਲਿਖੀਆਂ, ਜਿਸ ਤੋਂ ਸਾਨੂੰ ਉਸ ਸਮੇਂ ਦੇ ਬਾਰੇ ਬੜੀ ਹੀ ਮਹੱਤਵਪੂਰਨ ਜਾਣਕਾਰੀ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ। ਤਾਂ ਇਸ ਵਰਧਨਾ ਦੇ ਉਥਾਨ ਦੇ ਬਾਰੇ ਅਸੀਂ ਵਿਸਥਾਰਪੂਰਵਕ ਜਾਣਕਾਰੀ ਜਿਹੜੀ ਹੈ ਉਹ ਪ੍ਰਾਪਤ ਕਰਾਂਗੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਵਰਧਨਾ ਦਾ ਉਥਾਨ, ਦੱਖਣ ਦੇ ਰਾਜ ਅਤੇ ਪ੍ਰਾਪਤੀਆਂ ਅਤੇ ਦੇਣ। ਇਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਸਾਡੇ ਕੋਲ ਕਿ ਉੱਤਰੀ ਭਾਰਤ ਵਿੱਚ ਰਾਜਨੀਤਿਕ ਤਬਦੀਲੀਆਂ, ਪੋਲੀਟੀਕਲ ਚੇਂਜਸ ਇਨ ਨਾਰਦਰਨ ਇੰਡੀਆ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਹੂਣ ਦਾ ਹੂਣਸ। ਕਹਿੰਦੇ ਕਿ ਹੂਣ ਜਿਹੜੀ ਸੀ ਉਹ ਮੱਧ ਏਸ਼ੀਆ ਦੀ ਇੱਕ ਜ਼ਾਲਿਮ ਜਾਤੀ ਸੀਗੀ ਤੇ 458 ਈਸਵੀ ਵਿੱਚ ਹੂਣਾਂ ਨੇ ਭਾਰਤ ਤੇ ਪਹਿਲੀ ਵਾਰੀ ਹਮਲਾ ਕੀਤਾ ਸੀਗਾ, ਪਰ ਗੁਪਤ ਸ਼ਾਸਕ ਜਿਹੜਾ ਸਕੰਦਗੁਪਤ ਸੀ ਉਸਨੇ ਬੜੀ ਹੀ ਬਹਾਦਰੀ ਨਾਲ ਉਸ ਦਾ ਮੁਕਾਬਲਾ ਕਰਕੇ ਉਸ ਨੂੰ ਹਮਲੇ ਨੂੰ ਜਿਹੜਾ ਸੀਗਾ ਉਹ ਪਛਾੜ ਦਿੱਤਾ ਸੀ। ਇਸ ਤਰ੍ਹਾਂ 5ਵੀਂ ਸਦੀ ਦੇ ਅੰਤ ਵਿੱਚ ਹੂਣ ਸ਼ਾਸਕ ਤੋਰਾਮਨ ਨੇ ਕਹਿੰਦੇ ਕਿ ਪੰਜਾਬ, ਰਾਜਪੂਤਾਨਾ, ਸਿੰਧ ਅਤੇ ਮਾਲਵੇ ਦੇ ਖੇਤਰਾਂ ਤੇ ਕਬਜ਼ਾ ਕਰਕੇ ਭਾਰਤ ਦੇ ਵਿੱਚ ਹੂਣ ਰਾਜ ਜਿਹੜਾ ਉਹ ਸਥਾਪਿਤ ਕੀਤਾ ਸੀ। ਤੋਰਾਮਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਮੇਹਰਕੁਲ ਜਿਹੜਾ ਸੀ ਉਹ 511 ਈਸਵੀ ਵਿੱਚ ਸਿੰਘਾਸਨ ਉੱਤੇ ਬੈਠਿਆ। ਉਸਨੇ ਵੀ ਆਪਣੇ ਪਿਤਾ ਵਾਂਗ ਵਿਸਥਾਰ ਦੀ ਨੀਤੀ ਨੂੰ ਜਾਰੀ ਰੱਖਿਆ ਸੀਗਾ ਅਤੇ ਬਾਅਦ ਦੇ ਵਿੱਚ ਜਦੋਂ ਮੇਹਰਕੁਲ ਦੀ ਮੌਤ ਹੋ ਗਈ ਤਾਂ ਭਾਰਤ ਵਿੱਚ ਹੂਣਾਂ ਦਾ ਪ੍ਰਭਾਵ ਜਿਹੜਾ ਉਹ ਘਟ ਗਿਆ ਸੀ। ਹੂਣਾਂ ਨੇ ਜਿਹੜੇ ਹਮਲੇ ਕੀਤੇ ਸੀ ਭਾਰਤ ਦੇ ਉੱਪਰ, ਉਸ ਦੇ ਨਾਲ ਭਾਰਤ ਦਾ ਬਹੁਤ ਜ਼ਿਆਦਾ ਵਿਨਾਸ਼ ਹੋਇਆ ਸੀ। ਉਹ ਕਹਿੰਦੇ ਕਿ ਗੁਪਤ ਸਾਮਰਾਜ ਦੇ ਪਤਨ ਦੇ ਵਿੱਚ ਜਿਹੜਾ ਕਾਫੀ ਹੱਦ ਤੱਕ ਹੂਣਾਂ ਦੇ ਹਮਲੇ ਵੀ ਜਿਹੜੇ ਜ਼ਿੰਮੇਵਾਰ ਕਾਰਨ ਸੀਗੇ ਇੱਕ ਤਰ੍ਹਾਂ, ਕਿ ਨਾਲ ਹੀ ਉਹ ਕਹਿੰਦੇ ਕਿ ਉਸ ਸਮੇਂ ਹੂਣਾਂ ਨੇ ਬਹੁਤ ਸਾਰੇ ਮੰਦਰਾਂ, ਬੌਧੀ ਵਿਹਾਰਾਂ, ਸਤੂਪਾਂ ਅਤੇ ਅਨਮੋਲ ਲਿਖਤਾਂ ਨੂੰ ਜਿਹੜਾ ਸੀ ਉਹ ਨਸ਼ਟ ਕਰ ਦਿੱਤਾ ਸੀ। ਇਸ ਤਰ੍ਹਾਂ ਭਾਰਤੀ ਸੱਭਿਆਚਾਰ ਨੂੰ ਜਿਹੜਾ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਸੀਗਾ ਉਸ ਸਮੇਂ ਅਤੇ ਭਾਰਤੀ ਅਰਧ ਵਿਵਸਥਾ ਜਿਹੜੀ ਉਹ ਪੂਰੀ ਤਰ੍ਹਾਂ ਉਥਲ-ਪੁਥਲ ਹੋ ਗਈ ਸੀ। ਉਸ ਤੋਂ ਬਾਅਦ ਸਾਡੇ ਕੋਲ ਨੈਕਸਟ ਹੈ ਪਿਛਲੇਰੇ ਗੁਪਤ ਰਾਜੇ, ਦਾ ਲੇਟਰ ਗੁਪਤਾਸ। ਇਸ ਦੇ ਵਿੱਚੋਂ ਕਹਿੰਦੇ ਕਿ ਕ੍ਰਿਸ਼ਨ ਗੁਪਤ ਪਹਿਲਾ ਸੀ ਜਿਹੜਾ ਉਹ ਪਿਛਲੇਰੇ ਗੁਪਤ ਰਾਜ ਦਾ ਮੋਢੀ ਸੀਗਾ ਅਤੇ ਇਸ ਵੰਸ਼ ਦੇ ਮੋਢੀ ਪਹਿਲਾਂ ਗੁਪਤ ਸਮਰਾਟਾਂ ਦੇ ਅਧੀਨ ਸਨ। ਕਹਿੰਦੇ ਕਿ 550 ਈਸਵੀ ਵਿੱਚ ਮਗਧ ਵਿੱਚ ਪਿਛਲੇਰੇ ਗੁਪਤ ਸ਼ਾਸਕ ਕੁਮਾਰ ਗੁਪਤ ਨੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ ਸੀਗਾ ਅਤੇ ਮੌਖਰੀ ਵੰਸ਼ ਦੇ ਰਾਜੇ ਈਸ਼ਾਨ ਵਰਮਨ ਨੂੰ ਕਰਾਰੀ ਹਾਰ ਦਿੱਤੀ ਸੀ। ਇਸੇ ਤਰ੍ਹਾਂ ਉਹ ਕਹਿੰਦੇ ਕਿ ਮੌਖਰੀਆ ਨੇ ਇਸ ਅਪਮਾਨ ਦਾ ਬਦਲਾ ਜਿਹੜਾ ਸੀ ਉਹ ਕੁਮਾਰ ਗੁਪਤ ਦੇ ਉੱਤਰਾਧਿਕਾਰੀ ਦਮੋਦਰ ਗੁਪਤ ਨੂੰ ਲੜਾਈ ਦੇ ਮੈਦਾਨ ਵਿੱਚ ਹਰਾ ਕੇ ਲਿਆ ਸੀ। ਉਸ ਤੋਂ ਬਾਅਦ ਜਿਹੜਾ ਉਹ ਮਹਾਸੈਨ ਗੁਪਤ ਗੱਦੀ ਤੇ ਬੈਠਿਆ ਸੀਗਾ ਅਤੇ ਉਸਨੇ ਕਾਮਰੂਪ, ਜਿਸ ਨੂੰ ਕਿ ਅਸਾਮ ਅੱਜ ਕੱਲ੍ਹ ਕਿਹਾ ਜਾਂਦਾ ਹੈ, ਉਸ ਦੇ ਸ਼ਾਸਕ ਨੂੰ ਹਰਾ ਕੇ ਆਪਣੇ ਰਾਜ ਦਾ ਵਿਸਥਾਰ ਕੀਤਾ ਸੀ। ਉਹ ਕਹਿੰਦੇ ਕਿ ਉਸ ਸਮੇਂ ਮੌਖਰੀਆ ਜਿਹੜੇ ਸੀਗੇ, ਮੌਖਰੀਆਂ ਨੇ ਵੀ ਉਸ ਨੂੰ ਵੀ ਚੈਨ ਨਾਲ ਜਿਹੜਾ ਰਾਜ ਉਹ ਨਹੀਂ ਕਰਨ ਦਿੱਤਾ ਸੀਗਾ, ਜਿਸ ਕਰਕੇ ਅੰਤ ਮਜਬੂਰ ਹੋ ਕੇ ਉਹਨਾਂ ਨੂੰ ਜਿਹੜਾ ਮਗਧ ਉਹ ਛੱਡਣਾ ਪਿਆ ਸੀ ਅਤੇ ਮਾਲਵੇ ਵਿੱਚ ਜਾ ਕੇ ਸ਼ਰਨ ਲੈਣੀ ਪਈ ਸੀ। ਇਸ ਤਰ੍ਹਾਂ ਨੈਕਸਟ ਆ ਸਾਡੇ ਕੋਲ ਮੈਥਰਿਕਸ। ਉਹ ਕਹਿੰਦੇ ਕਿ ਮੈਥਰਿਕ ਰਾਜਿਆਂ ਨੇ 5ਵੀਂ ਸਦੀ ਦੇ ਅੰਤ ਤੋਂ ਲੈ ਕੇ 8ਵੀਂ ਸਦੀ ਦੇ ਅੰਤ ਤੱਕ ਜਿਹੜਾ ਸੀ ਉਹ ਸੌਰਾਸ਼ਟਰ, ਜਿਸ ਨੂੰ ਅੱਜ ਕੱਲ੍ਹ ਅਸੀਂ ਗੁਜਰਾਤ ਕਹਿ ਦਿੰਦੇ ਹਾਂ, ਉਸ ਦੇ ਵਿੱਚ ਰਾਜ ਕੀਤਾ ਸੀ।
ਉਹਨਾਂ ਦੀ ਰਾਜਧਾਨੀ ਜਿਹੜੀ ਹੈ ਉਹ ਵਲਭੀ ਸੀ। ਵਲਭੀ ਉਸ ਸਮੇਂ ਅੰਤਰਰਾਸ਼ਟਰੀ ਵਪਾਰ ਅਤੇ ਸਿੱਖਿਆ ਦਾ ਪ੍ਰਸਿੱਧ ਕੇਂਦਰ ਸੀ। ਕਹਿੰਦੇ ਕਿ ਮੈਤ੍ਰਿਕ ਵੰਸ਼ ਦੀ ਸਥਾਪਨਾ ਜਿਹੜੀ ਸੀ ਉਹ ਭੱਟ ਰੱਕ ਨੇ ਕੀਤੀ ਸੀਗੀ, ਪਰ ਉਸਨੇ ਕੇਵਲ ਜਿਹੜੀ ਹੈ ਉਹ ਸੈਨਾਪਤੀ ਦੀ ਹੀ ਉਪਾਧੀ ਧਾਰਨ ਕੀਤੀ ਸੀ। ਕਹਿੰਦੇ ਦਰੋਣਾ ਸਿੰਘ ਜਿਹੜਾ ਹੈ ਉਹ ਪਹਿਲਾ ਸ਼ਾਸਕ ਸੀ ਜਿਸ ਨੇ ਮਹਾਰਾਜ ਦੀ ਉਪਾਧੀ ਧਾਰਨ ਕੀਤੀ ਸੀ। ਇਸ ਰਾਜ ਨੇ 6ਵੀਂ ਅਤੇ 7ਵੀਂ ਸਦੀ ਵਿੱਚ ਆਪਣੀ ਜਿਹੜੀ ਪੋਜੀਸ਼ਨ ਹੈ ਉਹ ਬੜੀ ਸਟਰੋਂਗ ਕਰ ਲਈ ਸੀ, ਬੜੀ ਮਜ਼ਬੂਤ ਕਰ ਲਈ ਸੀ ਸਥਿਤੀ। ਹਰਸ਼ਵਰਧਨ ਨੇ ਕਹਿੰਦੇ ਕਿ ਆਪਣੀ ਬੇਟੀ, ਆਪਣੀ ਲੜਕੀ ਦਾ ਜਿਹੜਾ ਵਿਆਹ ਸੀ ਉਹ ਵਲਭੀ ਦੇ ਪ੍ਰਸਿੱਧ ਸ਼ਾਸਕ ਧਰੁਵਸੈਨ ਦੂਜੇ ਨਾਲ ਕੀਤਾ ਸੀ। ਧਾਰਸੈਨ ਜਿਹੜਾ ਸੀਗਾ ਉਹ ਚੌਥੇ ਦੇ ਸਮੇਂ ਮੈਤ੍ਰਿਕ ਰਾਜ ਘਰਾਣੇ ਦੀ ਸ਼ਕਤੀ ਜਿਹੜੀ ਹੈ ਉਹ ਆਪਣੀ ਬਹੁਤ ਉન્નਤੀ ਤੇ ਪਹੁੰਚ ਗਈ ਸੀਗੀ ਅਤੇ ਉਸ ਦੀ ਮੌਤ ਤੋਂ ਬਾਅਦ ਕਹਿੰਦੇ ਕਿ ਧਾਰਸੈਨ ਚੌਥੇ ਦੀ ਮੌਤ ਤੋਂ ਬਾਅਦ ਮੈਤ੍ਰਿਕ ਵੰਸ਼ ਦਾ ਜਿਹੜਾ ਪਤਨ ਹੋਣਾ ਉਹ ਸ਼ੁਰੂ ਹੋ ਗਿਆ ਸੀਗਾ ਅਤੇ 8ਵੀਂ ਸਦੀ ਦੇ ਅੰਤ ਵਿੱਚ ਜਿਹੜਾ ਉਹ ਅਰਬਾਂ ਨੇ ਮੈਤ੍ਰਿਕ ਰਾਜ ਨੂੰ ਆਪਣੇ ਅਧੀਨ ਕਰ ਲਿਆ ਸੀ ਕਿ ਪੂਰਾ ਜਿਹੜਾ ਮੈਤ੍ਰਿਕ ਰਾਜ ਸੀ ਉਹ ਅਰਬਾਂ ਦੀ ਕੰਟਰੋਲ ਹੇਠ ਆ ਗਿਆ ਸੀ। ਇਸ ਤੋਂ ਨੈਕਸਟ ਹੈ ਸਾਡੇ ਕੋਲ ਮੌਖਰੀ। ਦ ਮੌਖਰੀਜ਼ ਕਹਿੰਦੇ ਕਿ ਮੌਖਰੀ ਵੰਸ਼ ਦੇ ਮੁੱਢਲੇ ਸ਼ਾਸਕ ਗੁਪਤ ਸਮਰਾਟਾਂ ਦੇ ਅਧੀਨ ਸੀਗੇ ਅਤੇ ਉਹ ਕਹਿੰਦੇ ਕਿ ਈਸ਼ਾਨ ਵਰਮਨ ਪਹਿਲਾ ਰਾਜਾ ਸੀਗਾ ਜਿਸ ਨੇ 550 ਈਸਵੀ ਵਿੱਚ ਕਨੌਜ ਵਿਖੇ ਆਪਣੀ ਸੁਤੰਤਰਤਾ ਦਾ ਐਲਾਨ ਕੀਤਾ ਸੀ। ਉਸ ਨੇ ਮਹਾਧਿਰਾਜ ਦੀ ਉਪਾਧੀ ਜਿਹੜੀ ਸੀ ਉਹ ਧਾਰਨ ਕੀਤੀ। ਉਸ ਨੇ 576 ਈਸਵੀ ਤੱਕ ਰਾਜ ਕੀਤਾ ਸੀ। ਆਪਣੇ ਸ਼ਾਸਨ ਕਾਲ ਦੇ ਦੌਰਾਨ ਕਹਿੰਦੇ ਕਿ ਉਸ ਨੇ ਬਹੁਤ ਸਾਰੇ ਪ੍ਰਦੇਸ਼ਾਂ ਤੇ ਜਿੱਤ ਪ੍ਰਾਪਤ ਕਰਕੇ ਆਪਣੇ ਰਾਜ ਦਾ ਵਿਸਥਾਰ ਕੀਤਾ ਸੀਗਾ ਤੇ ਸਰਵ ਵਰਮਨ ਮੌਖਰੀ ਵੰਸ਼ ਦੇ ਪ੍ਰਸਿੱਧ ਸ਼ਾਸਕਾਂ ਵਿੱਚੋਂ ਇੱਕ ਸੀਗਾ। ਉਸਨੇ ਉਹ ਕਹਿੰਦੇ ਕਿ ਜਿਹੜੇ ਕੁਝ ਪਿਛਲੇਰੇ ਗੁਪਤ ਸ਼ਾਸਕ ਮਹਾਸੈਨ ਗੁਪਤ ਨੂੰ ਹਰਾ ਕੇ ਮਗਧ ਨੂੰ ਵੀ ਆਪਣੇ ਅਧੀਨ ਕਰ ਲਿਆ ਸੀ। ਉਸਨੇ ਹੂਣਾ ਨੂੰ ਵੀ ਹਰਾਇਆ ਅਤੇ ਆਪਣੀ ਬਹਾਦਰੀ ਦਾ ਇੱਕ ਸਬੂਤ ਦਿੱਤਾ ਸੀਗਾ। ਮੌਖਰੀ ਵੰਸ਼ ਦਾ ਜਿਹੜਾ ਆਖਰੀ ਸ਼ਾਸਕ ਸੀ ਉਹ ਸੀਗਾ ਗ੍ਰਹਿਵਰਮਨ। ਉਸ ਦਾ ਵਿਆਹ ਉਹ ਕਹਿੰਦੇ ਕਿ ਪ੍ਰਭਾਕਰ ਵਰਧਨ ਦੀ ਪੁੱਤਰੀ ਰਾਜਸ਼੍ਰੀ ਨਾਲ ਹੋਇਆ ਸੀਗਾ। ਇਸ ਤਰ੍ਹਾਂ ਦੋ ਪ੍ਰਸਿੱਧ ਜਿਹੜੇ ਰਾਜ ਸੀ ਉਹ ਇਕੱਠੇ ਹੋ ਗਏ। ਕਹਿੰਦੇ ਕਿ ਮਾਲਵੇ ਦੇ ਸ਼ਾਸਕ ਦੇਵਗੁਪਤ ਨੇ ਗ੍ਰਹਿਵਰਮਨ ਦਾ ਕਤਲ ਕਰ ਦਿੱਤਾ ਸੀਗਾ। ਜਦੋਂ ਉਸ ਦਾ ਕਤਲ ਹੋ ਗਿਆ ਤਾਂ ਉਸ ਦੇ ਨਾਲ ਹੀ ਮੌਖਰੀ ਵੰਸ਼ ਜਿਹੜਾ ਸੀ ਉਹ ਖਤਮ ਹੋ ਗਿਆ ਸੀ। ਨੈਕਸਟ ਹੈ ਸਾਡੇ ਕੋਲ ਯਸ਼ੋਧਰਮਨ। ਕਹਿੰਦੇ ਯਸ਼ੋਧਰਮਨ ਜਿਹੜਾ ਸੀ ਉਹ ਗੁਪਤ ਸਾਮਰਾਜ ਦੇ ਪਤਨ ਦੇ ਸਮੇਂ ਮਾਲਵਾ ਦੇ ਵਿੱਚ ਜਿਹੜਾ ਹੈ ਮੰਦਸੌਰ ਵਿਖੇ ਯਸ਼ੋਧਰਮਨ ਨੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ ਸੀ, ਆਪਣੇ ਆਪ ਨੂੰ ਇੱਕ ਸੁਤੰਤਰ ਸ਼ਾਸਕ ਘੋਸ਼ਿਤ ਕਰ ਦਿੱਤਾ ਸੀਗਾ। ਉਸਨੇ 530 ਈਸਵੀ ਤੋਂ ਲੈ ਕੇ 550 ਈਸਵੀ ਤੱਕ ਸ਼ਾਸਨ ਕੀਤਾ ਸੀ। ਉਹ ਬਹੁਤ ਹੀ ਜ਼ਿਆਦਾ ਬਹਾਦਰ, ਨਿਡਰ ਅਤੇ ਸ਼ਕਤੀਸ਼ਾਲੀ ਸ਼ਾਸਕ ਸੀਗਾ। ਉਸ ਸਮੇਂ ਦੇ ਸਤੰਭ ਲੇਖਾਂ ਦੇ ਅਨੁਸਾਰ ਉਸ ਦਾ ਰਾਜ ਸੀ ਜਿਹੜਾ ਉਹ ਹਿਮਾਲਿਆ ਤੋਂ ਲੈ ਕੇ ਦੱਖਣ ਵਿੱਚ ਗੰਜਮ ਤੱਕ ਅਤੇ ਪੂਰਬ ਵਿੱਚ ਬ੍ਰਹਮਪੁੱਤਰ ਨਦੀ ਤੋਂ ਲੈ ਕੇ ਪੱਛਮ ਵਿੱਚ ਅਰਬ ਸਾਗਰ ਤੱਕ ਉਸ ਦਾ ਰਾਜ ਜਿਹੜਾ ਉਹ ਫੈਲਿਆ ਹੋਇਆ ਸੀ। ਕਹਿੰਦੇ ਕਿ ਭਾਵੇਂ ਆਧੁਨਿਕ ਇਤਿਹਾਸਕਾਰ ਜਿਹੜੇ ਹੈ ਉਹ ਇਸ ਕਥਨ ਨੂੰ ਪੂਰੀ ਤਰ੍ਹਾਂ ਸਹੀ ਨਹੀਂ ਮੰਨਦੇ, ਲੇਕਿਨ ਫਿਰ ਵੀ ਉਹ ਕਹਿੰਦੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਇਲਾਕੇ ਜਿਹੜੇ ਹੈ ਉਸ ਦੇ ਅਧੀਨ ਸਨ। ਉਸਨੇ ਹੂਣਾ ਦੇ ਸ਼ਾਸਕ ਮਿਹਰਕੁਲ ਨੂੰ ਵੀ ਹਰਾਇਆ ਸੀਗਾ ਅਤੇ ਉਸ ਦੀ ਮੌਤ ਤੋਂ ਬਾਅਦ ਇਸ ਯਸ਼ੋਧਰਮਨ ਜਿਹੜਾ ਆਪਣਾ ਉਹ ਕਹਿੰਦੇ ਕਿ ਮੰਦਸੌਰ ਵਿਖੇ ਯਸ਼ੋਧਰਮਨ ਜਿਹੜਾ ਉਹ ਉਸ ਦੀ ਮੌਤ ਤੋਂ ਬਾਅਦ ਉਹ ਇਹ ਵੰਸ਼ ਵੀ ਜਿਹੜਾ ਉਹ ਖਤਮ ਹੋ ਗਿਆ ਸੀ। ਨੈਕਸਟ ਹੈ ਸਾਡੇ ਕੋਲ ਸ਼ਸ਼ਾਂਕ। ਦੇਖੇ ਸ਼ਸ਼ਾਂਕ ਜਿਹੜਾ ਹੈ ਉਹ 6ਵੀਂ ਸਦੀ ਦੇ ਅੰਤ ਵਿੱਚ ਬੰਗਾਲ ਵਿੱਚ ਗੌੜ ਨਾਂ ਦੇ ਸੁਤੰਤਰ ਰਾਜ ਦੀ ਸਥਾਪਨਾ ਹੋਈ ਸੀ। 6ਵੀਂ ਸਦੀ ਦੇ ਅੰਤ ਵਿੱਚ ਬੰਗਾਲ ਦੇ ਵਿੱਚ ਜਿਹੜਾ ਗੌੜ ਨਾਂ ਦੇ ਆਪਣਾ ਇੱਕ ਸੁਤੰਤਰ ਰਾਜ ਦੀ ਸਥਾਪਨਾ ਹੋਈ ਸੀ। ਕਹਿੰਦੇ ਕਿ ਇਸ ਰਾਜ ਦਾ ਸਭ ਤੋਂ ਪ੍ਰਸਿੱਧ ਅਤੇ ਸ਼ਕਤੀਸ਼ਾਲੀ ਜਿਹੜਾ ਸ਼ਾਸਕ ਸੀ, ਰਾਜਾ ਸੀ, ਉਹ ਸੀ ਸ਼ਸ਼ਾਂਕ। ਉਹ ਕਹਿੰਦੇ ਕਿ ਉਸਨੇ ਬਹੁਤ ਸਾਰੇ ਪ੍ਰਦੇਸ਼ਾਂ ਤੇ ਕਬਜ਼ਾ ਕਰਕੇ ਆਪਣੇ ਰਾਜ ਦਾ ਵਿਸਥਾਰ ਕੀਤਾ ਸੀ। ਉਸਨੇ ਮਾਲਵਾ ਦੇ ਸ਼ਾਸਕ ਦੇਵਗੁਪਤ ਨਾਲ ਰਲ ਕੇ ਕਨੌਜ ਉੱਤੇ ਹਮਲਾ ਕੀਤਾ ਸੀਗਾ ਅਤੇ ਇਸ ਹਮਲੇ ਦੇ ਵਿੱਚ ਜਿਹੜਾ ਕਨੌਜ ਦਾ ਸ਼ਾਸਕ ਸੀ ਗ੍ਰਹਿਵਰਮਨ ਉਹ ਮਾਰਿਆ ਗਿਆ ਸੀ। ਕਹਿੰਦੇ ਕਿ ਹਰਸ਼ਵਰਧਨ ਵੀ ਸ਼ਸ਼ਾਂਕ ਨੂੰ ਪੂਰੀ ਤਰ੍ਹਾਂ ਹਰਾਉਣ ਦੇ ਵਿੱਚ ਅਸਫਲ ਰਿਹਾ ਸੀ, ਉਹ ਸਫਲ ਨਹੀਂ ਹੋ ਪਾਇਆ ਸੀ ਪੂਰੀ ਤਰ੍ਹਾਂ। ਇਸ ਦੇ ਨਾਲ ਉਹ ਕਹਿੰਦੇ ਕਿ ਸ਼ਸ਼ਾਂਕ ਜਿਹੜਾ ਸੀ ਉਸ ਨੂੰ ਬੁੱਧ ਧਰਮ ਦੇ ਨਾਲ ਬਹੁਤ ਨਫ਼ਰਤ ਸੀ। ਉਸਨੇ ਬੌਧੀਆਂ ਦੇ ਮੱਠਾਂ ਨੂੰ ਜਿਹੜਾ ਉਹ ਨਸ਼ਟ ਕਰਵਾ ਦਿੱਤਾ ਸੀ, ਮੰਦਰਾਂ ਨੂੰ ਜਿਹੜਾ ਉਹ ਤੁੜਵਾ ਦਿੱਤਾ ਸੀਗਾ। ਕਹਿੰਦੇ ਕਿ ਸ਼ਸ਼ਾਂਕ ਦੀ ਮੌਤ ਤੋਂ ਬਾਅਦ ਸਾਨੂੰ ਗੌੜ ਰਾਜ ਦੇ ਬਾਰੇ ਕੋਈ ਵਿਸ਼ੇਸ਼ ਜਿਹੜੀ ਵਰਣਨਯੋਗ ਜਾਣਕਾਰੀ ਸਾਨੂੰ ਨਹੀਂ ਮਿਲਦੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਵਰਮਨ, ਦਾ ਵਰਮਨਸ। ਕਹਿੰਦੇ ਕਿ ਵਰਮਨ ਜਿਹੜੇ ਹੈ ਉਹ ਕਾਮਰੂਪ, ਜਿਹਨੂੰ ਅਸੀਂ ਅੱਜ ਕੱਲ੍ਹ ਅਸਾਮ ਦੇ ਨਾਮ ਨਾਲ ਬੁਲਾਉਂਦੇ ਹਾਂ,
ਕਹਿੰਦੇ ਉਸ ਸਮੇਂ 350 ਈਸਵੀ ਤੋਂ ਲੈ ਕੇ 650 ਈਸਵੀ ਤੱਕ ਵਰਮਨ ਵੰਸ਼ ਦਾ ਰਾਜ ਰਿਹਾ। ਕਹਿੰਦੇ ਕਿ ਇਸ ਵੰਸ਼ ਦੀ ਸਥਾਪਨਾ ਜਿਹੜੀ ਹੈ ਉਹ ਪੁਸ਼ਿਆ ਵਰਮਨ ਨੇ ਕੀਤੀ ਸੀਗੀ। ਇਸ ਦੇ ਜਿਹੜੇ ਟੋਟਲ ਜਿਹੜੇ ਕੁੱਲ 13 ਸ਼ਾਸਕ ਹੋਏ ਸਨ ਅਤੇ ਭਾਸਕਰ ਵਰਮਨ ਜਿਹੜਾ ਹੈ ਉਹ ਇਸ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਸੀ। ਉਸ ਨੇ 594 ਈਸਵੀ ਤੋਂ ਲੈ ਕੇ 650 ਈਸਵੀ ਤੱਕ ਜਿਹੜਾ ਉਹ ਸ਼ਾਸਨ ਕੀਤਾ ਸੀ ਅਤੇ ਉਹ ਹਰਸ਼ਵਰਧਨ ਦਾ ਜਿਹੜਾ ਉਹ ਸਮਕਾਲੀਨ ਸੀ। ਇਸ ਦੇ ਨਾਲ ਹੀ ਉਹ ਕਹਿੰਦੇ ਕਿ ਉਸ ਨੇ ਹਰਸ਼ਵਰਧਨ ਨਾਲ ਮਿਲ ਕੇ ਗੌਰ ਰਾਜ ਦੇ ਰਾਜੇ ਸ਼ਸ਼ਾਂਕ ਨੂੰ ਕਰਾਰੀ ਹਾਰ ਦਿੱਤੀ ਸੀਗੀ ਅਤੇ ਭਾਸਕਰ ਵਰਮਨ ਦੇ ਸ਼ਾਸਨ ਕਾਲ ਵਿੱਚ ਕਾਮਰੂਪ ਜਿਹੜਾ ਹੈ ਉਹ ਆਪਣੀਆਂ ਉન્નਤੀ ਦੀਆਂ ਸਿਖਰਾਂ ਤੇ ਪਹੁੰਚ ਗਿਆ ਸੀ। ਜਦੋਂ ਇਸ ਦੀ ਮੌਤ ਹੋ ਗਈ ਤਾਂ ਇਸ ਦੇ ਨਾਲ ਹੀ ਇਸ ਵੰਸ਼ ਦਾ ਵੀ ਜਿਹੜਾ ਉਹ ਖਾਤਮਾ ਹੋ ਗਿਆ ਸੀ। ਇਹ ਤਾਂ ਸੀ ਵਿਦਿਆਰਥੀਓ ਕਿ ਉੱਤਰੀ ਭਾਰਤ ਦੇ ਵਿੱਚ ਕਿਹੜੀਆਂ ਰਾਜਨੀਤਿਕ ਤਬਦੀਲੀਆਂ ਉਸ ਸਮੇਂ ਆਈਆਂ ਸੀਗੀਆਂ ਅਤੇ ਕਿਸ ਆਪਣਾ ਜਿਹੜੇ ਵੱਖਰੇ ਵੱਖਰੇ ਉਸ ਸਮੇਂ ਰਾਜ ਜਿਹੜੇ ਉਹ ਹੋਂਦ ਵਿੱਚ ਆਏ ਸੀ, ਜਿਵੇਂ ਕਿ ਹੂਣ, ਪਛਲੇਰੇ ਗੁਪਤ ਰਾਜੇ ਅਤੇ ਮੈਤ੍ਰਿਕ, ਮੌਖਰੀ, ਯਸ਼ੋਧਰਮਨ, ਸ਼ਸ਼ਾਂਕ, ਵਰਮਨ। ਇਸ ਤੋਂ ਬਾਅਦ ਅਸੀਂ ਕਰਦੇ ਹਾਂ ਅੱਗੇ ਕਿ ਦੱਖਣੀ ਭਾਰਤ ਦੇ ਵਿੱਚ ਸਾਡੇ ਕੋਲ ਦੇਖਦੇ ਹਾਂ ਅਸੀਂ ਕਿ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਦੱਖਣੀ ਭਾਰਤ ਵਿੱਚ ਰਾਜਨੀਤਿਕ ਤਬਦੀਲੀਆਂ, ਪੋਲੀਟੀਕਲ ਚੇਂਜਸ ਇਨ ਸਾਊਦਰਨ ਇੰਡੀਆ। ਉਹ ਕਹਿੰਦੇ ਕਿ ਉਸ ਸਮੇਂ ਦੱਖਣੀ ਭਾਰਤ ਦੇ ਵਿੱਚ ਜਿਹੜੇ ਉਹ ਮਹੱਤਵਪੂਰਨ ਤਬਦੀਲੀਆਂ ਆਈਆਂ ਸੀਗੀਆਂ। ਉਸ ਸਮੇਂ ਜਿਹੜੇ ਮੇਨ ਉਸ ਸਮੇਂ ਆਪਣਾ ਵੰਸ਼ ਜਿਹੜੇ ਬਣੇ ਉਹ ਸੀ ਚਾਲੁਕਿਆ, ਪੱਲਵ ਅਤੇ ਪਾਂਡਿਆ ਜਿਹੜੇ ਸੀਗੇ ਰਾਜਵੰਸ਼ ਉਹ ਹੋਂਦ ਵਿੱਚ ਆਏ। ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਚਾਲੁਕਿਆਸ। ਕਹਿੰਦੇ ਕਿ ਚਾਲੁਕਿਆ ਜਿਹੜਾ ਹੈ ਉਹ ਕਹਿੰਦੇ 6ਵੀਂ ਸਦੀ ਈਸਵੀ ਵਿੱਚ ਦੱਖਣੀ ਭਾਰਤ ਵਿੱਚ ਚਾਲੁਕਿਆ ਵੰਸ਼ ਦੀ ਸਥਾਪਨਾ ਹੋਈ ਸੀ। ਇਸ ਵੰਸ਼ ਨੇ 8ਵੀਂ ਸਦੀ ਤੱਕ ਰਾਜ ਕੀਤਾ ਸੀਗਾ। ਪੁਲਕੇਸ਼ਨ ਪਹਿਲੇ ਨੂੰ ਇਸ ਵੰਸ਼ ਦਾ ਅਸਲ ਮੋਢੀ ਜਿਹੜਾ ਉਹ ਮੰਨਿਆ ਜਾਂਦਾ ਹੈ। ਉਸ ਦੀ ਰਾਜਧਾਨੀ ਦਾ ਨਾਂ ਵਤਾਪੀ ਜਾਂ ਬਦਾਮੀ ਕਿਹਾ ਜਾਂਦਾ ਹੈ। ਕਹਿੰਦੇ ਕਿ ਪੁਲਕੇਸ਼ਨ ਪਹਿਲੇ ਨੂੰ ਇਸ ਵੰਸ਼ ਦਾ ਜਿਹੜਾ ਉਹ ਅਸਲ ਮੋਢੀ ਮੰਨਦੇ ਹੋਏ ਉਸ ਦੇ ਵਿਸਥਾਰ ਦੇ ਬਾਰੇ ਜਿਹੜਾ ਕਿ M.N. ਵੈਂਕਟ ਨਵਾਪਾ ਕਹਿੰਦੇ ਹੈਗੇ ਹੈ ਕਿ ਦੱਖਣ ਦੇ ਰਾਜਨੀਤਿਕ ਰੰਗਮੰਚ ਤੇ ਚਾਲੁਕਿਆ ਦੇ ਆਉਣ ਨਾਲ ਬੜੇ ਹੀ ਦੁਰਗਾਮੀ ਪ੍ਰਭਾਵ ਪਏ ਸਨ। ਕਹਿੰਦੇ ਕਿ ਦੱਖਣ ਦੇ ਜਦੋਂ ਪੁਲਕੇਸ਼ਨ ਦੂਜਾ ਜਿਹੜਾ ਹੈ ਉਹ ਚਾਲੁਕਿਆ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਮੰਨਿਆ ਗਿਆ ਸੀਗਾ। ਉਸ ਨੇ 610 ਈਸਵੀ ਤੋਂ ਲੈ ਕੇ 642 ਈਸਵੀ ਤੱਕ ਜਿਹੜਾ ਉਹ ਸ਼ਾਸਨ ਕੀਤਾ ਸੀਗਾ। ਉਹ ਇੱਕ ਮਹਾਨ ਜੇਤੂ ਮੰਨਿਆ ਗਿਆ ਸੀ। ਉਸ ਨੇ ਆਪਣੇ ਸ਼ਾਸਨ ਕਾਲ ਵਿੱਚ ਗੁਜਰਾਤ ਦੇ ਲੱਟ, ਮੈਸੂਰ ਦੇ ਗੰਗ ਅਤੇ ਮਾਲਾਬਾਰ ਦੇ ਅਲੂਪ, ਕੋਂਕਣ ਦੇ ਮੌਰੀਆ ਸ਼ਾਸਕਾਂ ਨੂੰ ਹਰਾ ਕੇ ਉਸ ਸਮੇਂ ਉਹਨਾਂ ਪ੍ਰਦੇਸ਼ਾਂ ਤੇ ਕਬਜ਼ਾ ਕਰ ਲਿਆ ਸੀਗਾ। ਇਸ ਦੇ ਨਾਲ ਉਸਨੇ ਮਾਲਵਾ ਅਤੇ ਗੁਰਜਰਾ ਜਿਹੜੇ ਸ਼ਾਸਕਾਂ ਨੂੰ ਵੀ ਆਪਣੇ ਅਧੀਨ ਕੀਤਾ ਸੀ। 633 ਵਿੱਚ ਉਸਨੇ ਉੱਤਰੀ ਭਾਰਤ ਦੇ ਸਭ ਤੋਂ ਪ੍ਰਸਿੱਧ ਸ਼ਾਸਕ ਹਰਸ਼ਵਰਧਨ ਨੂੰ ਹਰਾ ਕੇ ਆਪਣੀ ਜਿਹੜੀ ਬਹਾਦਰੀ ਦਾ ਇੱਕ ਹੋਰ ਬਿਹਤਰੀਨ ਸਬੂਤ ਜਿਹੜਾ ਦਿੱਤਾ ਸੀਗਾ। ਇਸ ਜਿੱਤ ਤੋਂ ਬਾਅਦ ਉਸਨੇ ਕਲਿੰਗ ਦੇ ਪ੍ਰਦੇਸ਼ਾਂ ਨੂੰ ਵੀ ਆਪਣੇ ਅਧੀਨ ਕਰ ਲਿਆ ਸੀਗਾ। ਕਹਿੰਦੇ ਕਿ ਪੁਲਕੇਸ਼ਨ ਦੂਜਾ ਜਿਹੜਾ ਸੀ ਉਹ ਪੱਲਵ ਸ਼ਾਸਕ ਨਰਸਿੰਘ ਵਰਮਨ ਨਾਲ ਲੜਾਈ ਵਿੱਚ ਲੜਦੇ ਹੋਏ 642 ਈਸਵੀ ਦੇ ਵਿੱਚ ਮਾਰਿਆ ਗਿਆ ਸੀਗਾ ਅਤੇ ਪੱਲਵ ਸ਼ਾਸਕ ਨੇ ਉਹ ਕਹਿੰਦੇ ਕਿ ਇਸ ਜਿੱਤ ਤੋਂ ਬਾਅਦ ਚਾਲੁਕਿਆ ਦੀ ਰਾਜਧਾਨੀ ਬਦਾਮੀ ਤੇ ਕਬਜ਼ਾ ਕਰ ਲਿਆ ਸੀ। ਪੁਲਕੇਸ਼ਨ ਦੂਜੇ ਦਾ ਸ਼ਾਸਨ ਪ੍ਰਬੰਧ ਬਹੁਤ ਹੀ ਉੱਚ ਕੋਟੀ ਦਾ ਸੀਗਾ। ਉਸਨੇ ਫਾਰਸ ਦੇ ਰਾਜੇ ਖੁਸਰੋ ਦੂਜੇ ਨਾਲ ਕੂਟਨੀਤਿਕ ਸੰਬੰਧ ਵੀ ਜਿਹੜੇ ਕਾਇਮ ਕੀਤੇ ਹੋਏ ਸਨ। ਕਹਿੰਦੇ ਕਿ ਚੀਨੀ ਯਾਤਰੀ ਹਿਊਨਸਾਂਗ ਨੇ ਪੁਲਕੇਸ਼ਨ ਦੂਜੇ ਦੇ ਰਾਜ ਪ੍ਰਬੰਧ ਦੇ ਬਾਰੇ ਜਿਹੜਾ ਉਹ ਬਹੁਤ ਉਸ ਦੀ ਪ੍ਰਸ਼ੰਸਾ ਕੀਤੀ ਹੈ। ਡਾਕਟਰ ਅਰੁਣ ਭੱਟਾਚਾਰੀਆ ਨੇ ਕਿਹਾ ਹੈ ਕਿ ਇਸ ਤੱਥ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਪੁਲਕੇਸ਼ਨ ਦੂਜਾ ਨਾ ਕੇਵਲ ਵਤਾਪੀ ਦੇ ਚਾਲੁਕਿਆ ਦਾ ਮਹਾਨ ਸ਼ਾਸਕ ਸੀ, ਸਗੋਂ ਪ੍ਰਾਚੀਨ ਭਾਰਤ ਦੀਆਂ ਮਹਾਨ ਸ਼ਖਸੀਅਤਾਂ ਦੇ ਵਿੱਚੋਂ ਵੀ ਇੱਕ ਸੀ। ਇਸ ਤਰ੍ਹਾਂ ਉਹ ਕਹਿੰਦੇ ਕਿ ਪੁਲਕੇਸ਼ਨ ਦੂਜੇ ਤੋਂ ਬਾਅਦ ਵਿਕਰਮਾਦਿੱਤਿਆ ਪਹਿਲਾ ਉਸ ਦਾ ਉੱਤਰਾਧਿਕਾਰੀ ਬਣਿਆ। ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਪਿੱਛੋਂ ਉਸਨੇ ਨਾ ਕੇਵਲ ਵਤਾਪੀ ਨੂੰ ਮੁੜ ਆਪਣੇ ਅਧੀਨ ਕੀਤਾ, ਸਗੋਂ ਪੱਲਵਾਂ ਦੀ ਰਾਜਧਾਨੀ ਕਾਂਚੀ ਤੇ ਵੀ ਕਬਜ਼ਾ ਕਰ ਲਿਆ ਸੀ। ਉਸਨੇ ਨਾ ਕੇਵਲ ਉਹ ਕਹਿੰਦੇ ਕਿ ਚਾਲੁਕਿਆ ਦੇ ਗੌਰਵ ਨੂੰ ਮੁੜ ਸਥਾਪਿਤ ਕੀਤਾ, ਸਗੋਂ ਆਪਣਾ ਇਸ ਵੰਸ਼ ਦਾ ਵਿਸਥਾਰ ਵੀ ਕੀਤਾ ਸੀ। ਇਸ ਚਾਲੁਕਿਆ ਵੰਸ਼ ਦਾ ਆਖਰੀ ਸ਼ਾਸਕ ਜਿਹੜਾ ਸੀ ਉਹ ਕੀਰਤੀ ਵਰਮਨ ਦੂਜਾ ਸੀਗਾ ਅਤੇ ਉਸ ਨੂੰ 750 ਈਸਵੀ ਦੇ ਵਿੱਚ ਦੰਤੀ ਦੁਰਗ ਨੇ ਹਰਾ ਕੇ
ਰਾਸ਼ਟਰਕੂਟ ਵੰਸ਼ ਦੀ ਜਿਹੜੀ ਆ ਉਹ ਸਥਾਪਨਾ ਕੀਤੀ ਸੀ। ਇਹ ਤਾਂ ਸੀ ਕਿ ਚਾਲੁਕਿਆ ਦੇ ਬਾਰੇ। ਉਸ ਤੋਂ ਬਾਅਦ ਨੈਕਸਟ ਅਸੀਂ ਕਰਦੇ ਹਾਂ ਪੱਲਵ ਦੇ ਬਾਰੇ। ਕਹਿੰਦੇ ਦਾ ਪੱਲਵਸ, ਜਿਹੜੇ ਪੱਲਵ ਸੀਗੇ, ਕਹਿੰਦੇ ਕਿ ਪੱਲਵ ਵੰਸ਼ ਦੀ ਸਥਾਪਨਾ ਉਹ ਸਿੰਘ ਵਰਮਨ ਨੇ ਕੀਤੀ ਸੀਗੀ ਅਤੇ ਇਸ ਵੰਸ਼ ਦੇ ਜਿਹੜੇ 14 ਰਾਜਿਆਂ ਨੇ ਕਾਂਚੀ ਤੋਂ, ਜੋ ਕਿ ਪੱਲਵਾਂ ਦੀ ਰਾਜਧਾਨੀ ਸੀ, ਕਹਿੰਦੇ 300 ਸਾਲਾਂ ਤੋਂ ਵੀ ਕੁਝ ਵੱਧ ਸਮੇਂ ਲਈ ਇੱਥੇ ਸ਼ਾਸਨ ਕੀਤਾ ਸੀ। ਮਹੇਂਦਰ ਵਰਮਨ ਜਿਹੜਾ ਸੀ ਉਹ ਪੱਲਵ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਪ੍ਰਸਿੱਧ ਸ਼ਾਸਕ ਮੰਨਿਆ ਗਿਆ ਹੈ ਅਤੇ ਇਸ ਦੇ ਵਿੱਚ ਉਹ ਕਹਿੰਦੇ ਕਿ ਉਸਨੇ 600 ਈਸਵੀ ਤੋਂ ਲੈ ਕੇ 630 ਈਸਵੀ ਤੱਕ ਸ਼ਾਸਨ ਕੀਤਾ। ਉਹ ਹਰਸ਼ਵਰਧਨ ਦਾ ਸਮਕਾਲੀ ਸੀ। ਉਸ ਦੇ ਸ਼ਾਸਨ ਕਾਲ ਵਿੱਚ ਪੱਲਵਾਂ ਅਤੇ ਚਾਲੁਕਿਆਂ ਵਿਚਾਲੇ ਦੱਖਣ ਵਿੱਚ ਸਰਵਉੱਚਤਾ ਲਈ ਸੰਘਰਸ਼ ਸ਼ੁਰੂ ਹੋ ਗਿਆ ਸੀ। ਪ੍ਰਸਿੱਧ ਚਾਲੁਕਿਆ ਸ਼ਾਸਕ ਪੁਲਕੇਸ਼ਣ ਦੂਜੇ ਨੇ ਪੱਲਵ ਪ੍ਰਦੇਸ਼ ਤੇ ਕਹਿੰਦੇ ਕਿ ਹਮਲਾ ਕਰਕੇ ਵੈਂਗੀ ਪ੍ਰਦੇਸ਼ ਨੂੰ ਵੀ ਆਪਣੇ ਅਧੀਨ ਕਰ ਲਿਆ ਸੀਗਾ ਤੇ ਬਾਅਦ ਦੇ ਵਿੱਚ ਕਹਿੰਦੇ ਕਿ ਪੱਲਵ ਰਾਜਧਾਨੀ ਕਾਂਚੀ ਵੱਲ ਵਧਿਆ, ਪਰ ਮਹੇਂਦਰ ਵਰਮਨ ਨੇ ਉਸ ਨੂੰ ਕਾਂਚੀ ਤੇ ਕਬਜ਼ਾ ਨਹੀਂ ਕਰਨ ਦਿੱਤਾ ਸੀ। ਉਹ ਇੱਕ ਉੱਚ ਕੋਟੀ ਦਾ ਜਿਹੜਾ ਕਵੀ ਸੀ ਅਤੇ ਨਾਟਕਕਾਰ ਵੀ ਸੀ। ਮਤ ਵਿਲਾਸ ਪ੍ਰਹਸਨ ਉਸ ਦੀ ਸਭ ਤੋਂ ਪ੍ਰਸਿੱਧ ਰਚਨਾ ਮੰਨੀ ਗਈ ਹੈ। ਉਸਨੇ ਤ੍ਰਿਚਨਾਪਾਲੀ ਅਤੇ ਅਰਕਾਟ ਵਿਖੇ ਪਹਿਲੀ ਵਾਰ ਚਟਾਨਾਂ ਤੇ ਖੂਬਸੂਰਤ ਮੰਦਰਾਂ ਦਾ ਨਿਰਮਾਣ ਵੀ ਕਰਵਾਇਆ ਸੀ। ਕਹਿੰਦੇ ਕਿ ਬਹੁਤ ਸਾਰੇ ਪੱਥਰ ਦੇ ਸ਼ਿਲਾਲੇਖ ਬਣਵਾਏ। ਉਸ ਦੇ ਸ਼ਾਸਨਕਾਲ ਵਿੱਚ ਸ਼ੈਵ ਮਤ ਅਤੇ ਵੈਸ਼ਨਵ ਮਤ ਨੇ ਖੂਬ ਉન્નਤੀ ਕੀਤੀ ਸੀ। ਮਹੇਂਦਰ ਵਰਮਨ ਤੋਂ ਬਾਅਦ ਉਸ ਦਾ ਪੁੱਤਰ ਨਰਸਿੰਘ ਵਰਮਨ ਗੱਦੀ ਤੇ ਬੈਠਿਆ। ਉਸਨੇ ਵੀ ਕਾਫੀ ਸਾਲ ਜਿਹੜਾ ਰਾਜ ਕੀਤਾ ਸੀ। ਉਹ ਵੀ ਪੱਲਵ ਵੰਸ਼ ਦੇ ਸ਼ਾਸਕਾਂ ਵਿੱਚੋਂ ਇੱਕ ਸ਼ਕਤੀਸ਼ਾਲੀ ਸ਼ਾਸਕ ਮੰਨਿਆ ਗਿਆ। ਕਹਿੰਦੇ ਕਿ ਉਸ ਸਮੇਂ ਚਾਲੁਕਿਆ ਸ਼ਾਸਕ ਪੁਲਕੇਸ਼ਣ ਨੇ 3 ਵਾਰ ਪੱਲਵ ਪ੍ਰਦੇਸ਼ਾਂ ਤੇ ਹਮਲੇ ਕੀਤੇ, ਪਰ ਨਰਸਿੰਘ ਵਰਮਨ ਨੇ ਸਾਰੇ ਹਮਲੇ ਜਿਹੜੇ ਸੀ ਉਹ ਅਸਫਲ ਬਣਾ ਦਿੱਤੇ ਸੀ। ਉਸ ਤੋਂ ਬਾਅਦ ਉਹ ਕਹਿੰਦੇ ਕਿ ਮਨੀ ਮੰਗਲਮ ਵਿਖੇ ਇੱਕ ਭਿਆਨਕ ਲੜਾਈ ਵਿੱਚ ਪੁਲਕੇਸ਼ਣ ਦੂਜਾ ਮਾਰਿਆ ਗਿਆ ਸੀਗਾ ਅਤੇ ਪੱਲਵ ਸ਼ਾਸਕ ਨੇ ਅੱਗੇ ਵੱਧ ਕੇ ਚਾਲੁਕਿਆ ਦੀ ਰਾਜਧਾਨੀ ਵਤਾਪੀ ਨੂੰ ਜਿਹੜਾ ਆਪਣੇ ਅਧੀਨ ਕਰ ਲਿਆ ਸੀ। ਇਸ ਜਿੱਤ ਦੇ ਨਾਲ ਉਹ ਕਹਿੰਦੇ ਕਿ ਨਰਸਿੰਘ ਵਰਮਨ ਦੀ ਪ੍ਰਸਿੱਧੀ ਜਿਹੜੀ ਸੀ ਉਹ ਬਹੁਤ ਦੂਰ ਦੂਰ ਤੱਕ ਫੈਲ ਗਈ ਸੀਗੀ ਅਤੇ ਉਸਨੇ ਆਪਣੇ ਰਾਜ ਦਾ ਕਾਫੀ ਸਾਰੇ ਇਲਾਕਿਆਂ ਨੂੰ ਜਿਹੜਾ ਹਰਾ ਕੇ ਆਪਣੇ ਰਾਜ ਦਾ ਬਹੁਤ ਉਸਨੇ ਵਿਸਥਾਰ ਕੀਤਾ ਸੀ। ਇਸ ਤਰ੍ਹਾਂ ਉਹ ਕਹਿੰਦੇ ਪੱਲਵ ਵੰਸ਼ ਦੇ ਕਈ ਸ਼ਾਸਕਾਂ ਨੇ 9ਵੀਂ ਸਦੀ ਤੱਕ ਜਿਹੜਾ ਉਹ ਰਾਜ ਕੀਤਾ ਸੀਗਾ ਤੇ ਅੰਤ ਵਿੱਚ ਜਿਹੜੇ ਚੌਲ ਵੰਸ਼ ਨੇ ਇਸ ਪ੍ਰਸਿੱਧ ਰਾਜ ਦਾ ਅੰਤ ਕਰ ਦਿੱਤਾ ਸੀ। ਉਸ ਤੋਂ ਬਾਅਦ ਇਹ ਸੀ ਪੱਲਵ। ਜਿਵੇਂ ਕਿ ਪਹਿਲਾਂ ਅਸੀਂ ਚਾਲੁਕਿਆ ਦੇ ਬਾਰੇ ਜਾਣਿਆ, ਹੁਣ ਪੱਲਵ ਦੇ ਬਾਰੇ ਜਾਣਿਆ, ਤਾਂ ਨੈਕਸਟ ਹੈ ਸਾਡੇ ਕੋਲ ਪਾਂਡਿਆ। ਕਹਿੰਦੇ ਦਾ ਪਾਂਡਿਆ 6ਵੀਂ ਸਦੀ ਦੇ ਅਖੀਰ ਦੇ ਵਿੱਚ ਤਾਮਿਲਨਾਡੂ ਦੇ ਦੱਖਣੀ ਪ੍ਰਦੇਸ਼ਾਂ ਦੇ ਵਿੱਚ ਪਾਂਡਿਆ ਦੀ ਰਾਜਧਾਨੀ ਪਾਂਡਿਆ ਰਾਜ ਦੀ ਜਿਹੜੀ ਸਥਾਪਨਾ ਸੀਗੀ ਉਹ ਕੰਦੂਗੋਨ ਨੇ ਕੀਤੀ ਸੀਗੀ ਅਤੇ 300 ਸਾਲਾਂ ਤੱਕ ਜਿਹੜਾ ਇਹ ਰਾਜਵੰਸ਼ ਕਾਇਮ ਰਿਹਾ ਸੀਗਾ। ਪਾਂਡਿਆ ਦੀ ਜਿਹੜੀ ਰਾਜਧਾਨੀ ਸੀ ਉਸ ਨੂੰ ਮਦੁਰਾ ਜਾਂ ਮਦੁਰਾਏ ਕਿਹਾ ਜਾਂਦਾ ਸੀ। ਇਸ ਵੰਸ਼ ਦੇ ਕੁੱਲ 11 ਸ਼ਾਸਕ ਹੋਏ ਸਨ, ਜਿਨ੍ਹਾਂ ਵਿੱਚੋਂ ਅਰਿਕੇਸਰੀ, ਮਾਰਵਰਮਨ, ਰਾਜ ਸਿੰਘ ਪਹਿਲਾ ਜਿਹੜੇ ਉਹ ਪ੍ਰਸਿੱਧ ਸ਼ਾਸਕ ਮੰਨੇ ਗਏ ਨੇ ਅਤੇ ਪਾਂਡਿਆ ਸ਼ਾਸਕਾਂ ਵਿੱਚੋਂ ਸ਼੍ਰੀ ਵੱਲਭ ਸਭ ਤੋਂ ਵੱਧ ਪ੍ਰਸਿੱਧ ਸੀ। ਉਸਨੇ 815 ਈਸਵੀ ਤੋਂ ਲੈ ਕੇ 862 ਈਸਵੀ ਤੱਕ ਸ਼ਾਸਨ ਕੀਤਾ ਸੀ। ਉਸਨੇ ਸ਼੍ਰੀਲੰਕਾ ਦੇ ਸ਼ਾਸਕ ਸੇਨ ਪਹਿਲੇ ਨੂੰ ਹਰਾ ਕੇ ਕਹਿੰਦੇ ਕਿ ਉਸ ਨੂੰ ਸੰਧੀ ਕਰਨ ਲਈ ਮਜਬੂਰ ਕਰ ਦਿੱਤਾ ਸੀ। ਉਸਨੇ ਕੁਝ ਪ੍ਰਦੇਸ਼ਾਂ ਨੂੰ ਜਿੱਤ ਕੇ ਆਪਣੇ ਰਾਜ ਦਾ ਵਿਸਥਾਰ ਵੀ ਕੀਤਾ ਸੀਗਾ ਅਤੇ ਬਾਅਦ ਦੇ ਵਿੱਚ 1920 ਈਸਵੀ ਦੇ ਵਿੱਚ ਚੌਲ ਸ਼ਾਸਕ ਪ੍ਰਾਂਤਕ ਪਹਿਲੇ ਨੇ ਪਾਂਡਿਆ ਸ਼ਾਸਕ ਮਾਰਵਰਮਨ ਰਾਜ ਸਿੰਘ ਦੂਜੇ ਨੂੰ ਹਰਾ ਕੇ ਪਾਂਡਿਆ ਵੰਸ਼ ਦਾ ਅੰਤ ਕਰ ਦਿੱਤਾ ਸੀ। ਇਸ ਤਰ੍ਹਾਂ ਇਹ ਅਸੀਂ ਦੇਖਦੇ ਹਾਂ ਕਿ ਚਾਲੁਕਿਆ, ਪੱਲਵ ਅਤੇ ਪਾਂਡਿਆਸ ਦੇ ਬਾਰੇ ਅਸੀਂ ਇੱਥੇ ਜਾਣਕਾਰੀ ਪ੍ਰਾਪਤ ਕੀਤੀ ਹੈ। ਤਾਂ ਨੈਕਸਟ ਹੈ ਸਾਡੇ ਕੋਲ ਕਿ ਵਰਧਨ ਸ਼ਾਸਕ, ਵਰਧਨਾ ਰੂਲਰਸ। ਵਰਧਨ ਸ਼ਾਸਕਾਂ ਦੇ ਬਾਰੇ ਜੋ ਅਸੀਂ ਜਾਣਦੇ ਹਾਂ ਤਾਂ ਅਸੀਂ ਦੇਖਾਂਗੇ ਕਿ ਕਹਿੰਦੇ ਕਿ 505 ਈਸਵੀ ਦੇ ਵਿੱਚ ਥਾਨੇਸਰ ਵਿਖੇ ਨਰਵਰਧਨ ਨੇ ਵਰਧਨ ਵੰਸ਼ ਦੀ ਸਥਾਪਨਾ ਕੀਤੀ ਸੀਗੀ। ਇਸ ਦੇ ਵਿੱਚ ਉਹ ਕਹਿੰਦੇ ਕਿ ਰਾਜਵਰਧਨ ਅਤੇ ਅਦਿੱਤਿਆਵਰਧਨ ਨੇ ਨਾਂ ਦੇ ਸ਼ਾਸਕਾਂ ਨੇ ਜਿਹੜਾ 580 ਈਸਵੀ ਤੱਕ ਸ਼ਾਸਨ ਕੀਤਾ ਸੀਗਾ ਔਰ ਉਸ ਤੋਂ ਬਾਅਦ ਪ੍ਰਭਾਕਰ ਵਰਧਨ ਜਿਹੜਾ ਸੀ ਉਹ ਪਹਿਲਾ ਸੁਤੰਤਰ ਸ਼ਾਸਕ ਸੀ ਜਿਸ ਨੇ ਮਹਾਧਿਰਾਜ ਦੀ ਉਪਾਧੀ ਵੀ ਧਾਰਨ ਕੀਤੀ ਸੀਗੀ ਔਰ ਉਸ ਤੋਂ ਬਾਅਦ ਉਹ ਕਹਿੰਦੇ ਕਿ ਉਹ ਬੜਾ ਹੀ ਬਹਾਦਰ ਸੀ ਔਰ ਉੱਤਰੀ ਭਾਰਤ ਦੇ ਕਈ ਰਾਜਾਂ ਦੇ ਵਿੱਚ ਉਸਨੇ ਆਪਣਾ ਅਧਿਕਾਰ ਕਾਇਮ ਕਰ ਲਿਆ ਸੀਗਾ।
ਉਸਨੇ ਕਨੌਜ ਦੇ ਮੌਖਰੀ ਰਾਜੇ ਗ੍ਰਹਿ ਵਰਮਨ ਨਾਲ ਆਪਣੀ ਲੜਕੀ ਰਾਜਸਿਰੀ ਦਾ ਵਿਆਹ ਕਰਕੇ ਜਿਹੜੀ ਆਪਣੀ ਸਥਿਤੀ ਨੂੰ ਹੋਰ ਵੀ ਮਜ਼ਬੂਤ ਕਰ ਲਿਆ ਸੀਗਾ। ਪ੍ਰਭਾਕਰ ਵਰਦਨ ਜਦੋਂ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ 605 ਈਸਵੀ ਵਿੱਚ ਉਸ ਦਾ ਵੱਡਾ ਲੜਕਾ ਜਿਹੜਾ ਉਹ ਰਾਜਵਰਧਨ ਥਨੇਸ਼ਵਰ ਦੀ ਗੱਦੀ ਤੇ ਬੈਠਿਆ ਸੀ। ਕਹਿੰਦੇ ਬਾਅਦ ਦੇ ਵਿੱਚ ਜਦੋਂ ਉਸ ਨੂੰ ਇਹ ਸਮਾਚਾਰ ਮਿਲਿਆ ਕਿ ਮਾਲਵੇ ਦੇ ਸ਼ਾਸਕ ਦੇਵਗੁਪਤ ਦੇ ਸ਼ਾਸਕ ਗੌੜ ਦੇ ਸ਼ਾਸਕ ਸ਼ਸ਼ਾਂਕ ਨਾਲ ਮਿਲ ਕੇ ਉਸ ਦੇ ਭਣਵਈਏ ਗ੍ਰਹਿ ਵਰਮਨ ਨੂੰ ਕਤਲ ਕਰ ਦਿੱਤਾ ਗਿਆ ਹੈ ਤਾਂ ਅਤੇ ਉਸ ਦੀ ਭੈਣ ਜਿਹੜੀ ਰਾਜਸ਼ਰੀ ਸੀ ਉਸ ਨੂੰ ਕੈਦ ਕਰ ਲਿਆ ਗਿਆ ਸੀਗਾ, ਤਾਂ ਇਸ ਗੱਲ ਦਾ ਬਦਲਾ ਲੈਣ ਲਈ ਉਹ ਕਹਿੰਦੇ ਕਿ ਰਾਜਵਰਧਨ ਨੇ ਕਨੌਜ ਤੇ ਹਮਲਾ ਕਰ ਦਿੱਤਾ। ਇਸ ਵਿੱਚ ਦੇਵਗੁਪਤ ਦੀ ਹਾਰ ਹੋਈ ਸੀ, ਪਰ ਉਸ ਦੇ ਸਹਿਯੋਗੀ ਸ਼ਸ਼ਾਂਕ ਨੇ ਧੋਖੇ ਨਾਲ ਰਾਜਵਰਧਨ ਦਾ ਕਤਲ ਕਰ ਦਿੱਤਾ ਸੀ। ਵਰਧਨ ਸ਼ਾਸਕਾਂ ਦੇ ਬਾਰੇ ਇਹ ਮੁੱਢਲੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਅਸੀਂ ਕਰਦੇ ਹਾਂ ਸਭ ਤੋਂ ਪਹਿਲਾਂ ਕਿ ਹਰਸ਼ ਦਾ ਉਥਾਨ, ਰਾਈਜ਼ ਆਫ ਹਰਸ਼ਾ। 606 ਈਸਵੀ ਵਿੱਚ ਹਰਸ਼ਵਰਧਨ ਆਪਣੇ ਵੱਡੇ ਭਰਾ ਰਾਜਵਰਧਨ ਦੀ ਮੌਤ ਤੋਂ ਬਾਅਦ ਜਦੋਂ ਥਨੇਸ਼ਵਰ ਦੀ ਗੱਦੀ ਤੇ ਬੈਠਿਆ ਤਾਂ ਨਿਸ਼ਚਿਤ ਉਸ ਸਮੇਂ ਥਨੇਸ਼ਵਰ ਦੇ ਲਈ ਉਹ ਸਮਾਂ ਬੜਾ ਹੀ ਔਕੜਾ ਭਰਿਆ ਸੀਗਾ, ਜਿਹੜਾ ਕਿ ਉਸ ਸਮੇਂ ਹਰਸ਼ ਦੀ ਉਮਰ ਜਿਹੜੀ ਕੇਵਲ 16 ਵਰ੍ਹਿਆਂ ਦੀ ਸੀਗੀ ਅਤੇ ਆਪਣੇ ਭਰਾ ਅਤੇ ਭਣਵਈਏ ਦੀ ਮੌਤ ਦਾ ਬਦਲਾ ਲੈਣ ਲਈ ਉਸਨੇ ਕਨੌਜ ਤੇ ਹਮਲਾ ਕਰ ਦਿੱਤਾ ਅਤੇ ਹਰਸ਼ ਦੀ ਫੌਜ ਵੇਖ ਕੇ ਕਹਿੰਦੇ ਕਿ ਦੇਵਗੁਪਤ ਅਤੇ ਸ਼ਸ਼ਾਂਕ ਦੋਵੇਂ ਦੌੜ ਗਏ ਸੀਗੇ। ਇਸ ਤਰ੍ਹਾਂ ਹਰਸ਼ ਨੇ ਕਨੌਜ ਤੇ ਬੜੀ ਆਸਾਨੀ ਨਾਲ ਕਬਜ਼ਾ ਕਰ ਲਿਆ ਸੀਗਾ। ਉਸ ਤੋਂ ਬਾਅਦ ਹਰਸ਼ ਨੇ ਕਹਿੰਦੇ ਕਿ ਆਪਣੀ ਭੈਣ ਰਾਜਸ਼ਰੀ ਦੀ ਭਾਲ ਸ਼ੁਰੂ ਕਰਤੀ ਔਰ ਬਹੁਤ ਹੀ ਲਾਸਟ ਉਹ ਕਹਿੰਦੇ ਕਿ ਜੰਗਲ ਦੇ ਵਿੱਚ ਉਸ ਦੀ ਭੈਣ ਜਿਹੜੀ ਉਹ ਸਤੀ ਹੋਣ ਹੀ ਵਾਲੀ ਸੀ ਜਦੋਂ ਉਸ ਨੂੰ ਲੱਭ ਲਿਆ ਗਿਆ। ਉਸ ਤੋਂ ਬਾਅਦ ਕਿਉਂਕਿ ਗ੍ਰਹਿ ਵਰਮਨ ਦਾ ਕੋਈ ਉੱਤਰਾਧਿਕਾਰੀ ਨਹੀਂ ਸੀਗਾ, ਇਸ ਕਰਕੇ ਹਰਸ਼ਵਰਧਨ ਨੇ ਕਨੌਜ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਸੀ। ਇਸ ਕਾਰਨ ਹਰਸ਼ਵਰਧਨ ਦੀ ਸਥਿਤੀ ਜਿਹੜੀ ਕਾਫੀ ਮਜ਼ਬੂਤ ਹੋ ਗਈ ਸੀ ਅਤੇ ਉਸਨੇ ਕਨੌਜ ਨੂੰ ਆਪਣੀ ਰਾਜਧਾਨੀ ਘੋਸ਼ਿਤ ਕੀਤਾ। ਹਰਸ਼ਵਰਧਨ ਨੇ 647 ਈਸਵੀ ਤੱਕ ਸ਼ਾਸਨ ਕੀਤਾ ਸੀਗਾ ਅਤੇ ਆਪਣੇ ਯਤਨਾਂ ਸਦਕਾ ਉਸਨੇ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕਰ ਲਈ ਸੀ। ਉਸਨੇ ਇੱਕ ਉੱਚ ਕੋਟੀ ਦਾ ਸ਼ਾਸਨ ਪ੍ਰਬੰਧ ਵੀ ਲਾਗੂ ਕੀਤਾ ਸੀ। ਇਸ ਤੋਂ ਬਾਅਦ ਅਸੀਂ ਕਰਦੇ ਹਾਂ ਹਰਸ਼ਵਰਧਨ ਦੀਆਂ ਜਿੱਤਾਂ, ਕਨਕੁਐਸਟ ਆਫ ਹਰਸ਼ਵਰਧਨ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਬੰਗਾਲ ਦੀ ਜਿੱਤ, ਕਨਕੁਐਸਟ ਆਫ ਬੰਗਾਲ। ਕਹਿੰਦੇ ਕਿ ਹਰਸ਼ਵਰਧਨ ਨੇ ਸਭ ਤੋਂ ਪਹਿਲਾਂ ਆਪਣਾ ਧਿਆਨ ਜਿਹੜਾ ਸੀ ਉਹ ਗੌੜ ਬੰਗਾਲ ਦੇ ਸ਼ਾਸਕ ਸ਼ਸ਼ਾਂਕ ਵੱਲ ਕੀਤਾ ਸੀਗਾ। ਹਰਸ਼ਵਰਧਨ ਉਸ ਸ਼ਸ਼ਾਂਕ ਤੋਂ ਆਪਣੀ ਭੈਣ, ਆਪਣੇ ਭਰਾ ਤੇ ਭਣਵਈਏ ਦੇ ਜਿਹੜਾ ਬਦਲਾ ਲੈਣਾ ਚਾਹੁੰਦਾ ਸੀਗਾ ਔਰ ਇਸ ਦੇ ਨਾਲ ਨਾਲ ਉਹ ਕਹਿੰਦੇ ਕਿ ਗਿਆ ਦੇ ਪ੍ਰਸਿੱਧ ਜਿਹੜਾ ਬੋਧੀ ਦਰਖਤ ਸੀਗਾ ਉਸ ਨੂੰ ਵੀ ਸ਼ਸ਼ਾਂਕ ਨੇ ਕਟਵਾ ਦਿੱਤਾ ਸੀਗਾ। ਹਰਸ਼ਵਰਧਨ ਨੇ ਇਸ ਹਮਲੇ ਤੋਂ ਪਹਿਲਾਂ ਅਸਾਮ ਦੇ ਸ਼ਾਸਕ ਭਾਸਕਰ ਵਰਮਨ ਨਾਲ ਜਿਹੜੇ ਸੰਧੀ ਕਰ ਲਈ ਸੀਗੀ। ਉਹ ਕਹਿੰਦੇ ਯੁੱਧ ਦੇ ਵਿੱਚ ਸ਼ਸ਼ਾਂਕ ਦੀ ਹਾਰ ਹੋਈ ਅਤੇ ਉਹ ਭੱਜ ਕੇ ਜਿਹੜਾ ਉੜੀਸਾ ਚਲਾ ਗਿਆ ਸੀਗਾ। ਉਹ ਕਹਿੰਦੇ ਕਾਫੀ ਜਦੋਂ ਤੱਕ ਉਹ ਜਿਉਂਦਾ ਰਿਹਾ ਤਾਂ ਹਰਸ਼ ਜਿਹੜਾ ਸੀ ਉਹ ਬੰਗਾਲ ਰਾਜ ਤੇ ਪੂਰੀ ਤਰ੍ਹਾਂ ਕਬਜ਼ਾ ਨਹੀਂ ਕਰ ਪਾਇਆ ਸੀ। ਉਸ ਤੋਂ ਬਾਅਦ ਨੈਕਸਟ ਆ ਸਾਡੇ ਕੋਲ 5 ਪ੍ਰਦੇਸ਼ਾਂ ਦੀ ਜਿੱਤ, ਕਨਕੁਐਸਟ ਆਫ 5 ਇੰਡੀਜ਼। ਉਹ ਕਹਿੰਦੇ ਕਿ ਉਸ ਸਮੇਂ ਹਿਊਨ-ਸਾਂਗ ਨੇ ਲਿਖਿਆ ਹੈ ਕਿ ਹਰਸ਼ ਨੇ ਆਪਣੇ ਰਾਜ ਦੇ ਮੁੱਢਲੇ ਸਾਲਾਂ ਦੇ ਵਿੱਚ ਜਿਹੜਾ ਉਹ 5 ਪ੍ਰਦੇਸ਼ਾਂ ਨੂੰ ਜਿੱਤਿਆ ਸੀਗਾ, ਪੰਜਾਬ, ਕਨੌਜ, ਬੰਗਾਲ, ਉੜੀਸਾ ਅਤੇ ਬਿਹਾਰ। ਇਹਨਾਂ ਜਿੱਤਾਂ ਦੇ ਨਾਲ ਹਰਸ਼ਵਰਧਨ ਦੀ ਜਿਹੜੀ ਪੋਜੀਸ਼ਨ ਸੀ, ਸਥਿਤੀ ਸੀ, ਉਹ ਕਾਫੀ ਮਜ਼ਬੂਤ ਹੋ ਗਈ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਵਲਭੀ ਦੀ ਜਿੱਤ, ਕਨਕੁਐਸਟ ਆਫ ਵਲਭੀ। ਹਰਸ਼ਵਰਧਨ ਦੇ ਸਮੇਂ ਪੱਛਮ ਵਿੱਚ ਵਲਭੀ, ਜਿਸ ਨੂੰ ਅੱਜ ਕੱਲ੍ਹ ਗੁਜਰਾਤ ਕਹਿ ਦਿੰਦੇ ਅਸੀਂ, ਉਹ ਗੁਜਰਾਤ ਰਾਜ ਜਿਹੜਾ ਹੈ ਵਲਭੀ ਰਾਜ ਕਾਫੀ ਸ਼ਕਤੀਸ਼ਾਲੀ ਸੀ। ਉੱਥੇ ਧਰੋਵਸੈਨ ਦੂਜੇ ਦਾ ਰਾਜ ਸੀਗਾ। ਹਰਸ਼ਵਰਧਨ ਨੇ ਵਲਭੀ ਤੇ ਹਮਲਾ ਕਰਕੇ ਉਸ ਨੂੰ ਹਰਾ ਦਿੱਤਾ ਤੇ ਧਰੋਵਸੈਨ ਜਾਨ ਬਚਾ ਕੇ ਕਹਿੰਦੇ ਕਿ ਬੜੋਚ ਦੇ ਰਾਜੇ ਦੱਦਾ ਦੂਜੇ ਕੋਲ ਚਲਾ ਗਿਆ ਸੀਗਾ। ਦੱਦਾ ਦੂਜੇ ਦੇ ਕਹਿਣ ਤੇ ਹਰਸ਼ਵਰਧਨ ਨੇ ਧਰੋਵਸੈਨ ਨੂੰ ਉਸ ਦਾ ਰਾਜ ਵਾਪਸ ਕਰ ਦਿੱਤਾ ਸੀਗਾ ਅਤੇ ਧਰੋਵਸੈਨ ਨੇ ਹਰਸ਼ਵਰਧਨ ਦੀ ਅਧੀਨਤਾ ਜਿਹੜੀ ਹੈ ਉਹ ਸਵੀਕਾਰ ਕਰ ਲਈ ਸੀ। ਹਰਸ਼ਵਰਧਨ ਨੇ ਆਪਣੀ ਲੜਕੀ ਦਾ ਵਿਆਹ ਉਹ ਧਰੋਵਸੈਨ ਨਾਲ ਕਰਕੇ ਉਸ ਨੂੰ ਸਦਾ ਲਈ ਜਿਹੜਾ ਉਹ ਆਪਣਾ ਬਣਾ ਲਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਪੁਲਕੇਸ਼ਨ ਦੂਜੇ ਨਾਲ ਯੁੱਧ, ਵਾਰ ਵਿਦ ਪੁਲਕੇਸ਼ਨ। ਕਹਿੰਦੇ ਕਿ ਉਸ ਸਮੇਂ ਉੱਤਰੀ ਭਾਰਤ ਦੇ ਬਹੁਤ ਸਾਰੇ ਪ੍ਰਦੇਸ਼ਾਂ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਪਿੱਛੋਂ ਹਰਸ਼ ਨੇ ਦੱਖਣੀ ਭਾਰਤ ਦੇ ਪ੍ਰਦੇਸ਼ਾਂ ਦੇ ਵਿੱਚ ਜਿਹੜੀਆਂ ਜਿੱਤਾਂ ਪ੍ਰਾਪਤ ਕਰਨ ਦਾ ਨਿਸ਼ਚਾ ਕੀਤਾ ਅਤੇ ਉਸ ਸਮੇਂ ਪੁਲਕੇਸ਼ਨ ਦੂਜੇ ਦਾ ਜਿਹੜਾ ਰਾਜ ਉਸ ਸਮੇਂ ਦੱਖਣੀ ਭਾਰਤ ਸੀਗਾ। ਉਹ ਕਹਿੰਦੇ ਕਿ ਕਾਫੀ ਪ੍ਰਦੇਸ਼ਾਂ ਤੋਂ ਫੌਜ ਹਰਸ਼ਵਰਧਨ ਨੇ ਇਕੱਠੀ ਕੀਤੀ ਅਤੇ ਉਸਨੇ ਦੱਖਣੀ ਭਾਰਤ ਤੇ ਹਮਲਾ ਕੀਤਾ, ਜਿਸ ਦੇ ਨਾਲ ਉਹ ਕਹਿੰਦੇ ਕਿ ਉਸ ਸਮੇਂ ਪੁਲਕੇਸ਼ਨ ਦੂਜੇ ਨੇ ਹਰਸ਼ਵਰਧਨ ਨੂੰ ਬਹੁਤ ਹੀ ਕਰਾਰੀ ਹਾਰ ਦਿੱਤੀ ਔਰ ਉਸ ਦੇ ਵਿੱਚ ਜਿਹੜਾ ਸੀ ਉਹ
ਆਪਣਾ ਪੁਲਕੇਸ਼ਨ ਦੂਜਾ ਜਿਹੜਾ ਸੀਗਾ ਉਸਨੇ ਬੁਰੀ ਤਰ੍ਹਾਂ ਹਰਸ਼ਵਰਧਨ ਨੂੰ ਹਰਾਇਆ। ਉਸ ਤੋਂ ਉਹ ਕਹਿੰਦੇ ਕਿ ਇਹ ਜਿਹੜੀ ਹਾਰ ਸੀ ਇਹ ਹਰਸ਼ਵਰਧਨ ਦੀ ਪਹਿਲੀ ਅਤੇ ਆਖਰੀ ਹਾਰ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਕਾਮਰੂਪ ਦੀ ਜਿੱਤ, ਕਨਕੁਐਸਟ ਆਫ ਕਾਮਰੂਪ। ਕਹਿੰਦੇ ਕਿ ਕਾਮਰੂਪ ਜਿਸ ਨੂੰ ਅੱਜ ਕੱਲ੍ਹ ਅਸੀਂ ਅਸਾਮ ਦੇ ਨਾਮ ਨਾਲ ਵੀ ਬੁਲਾਉਂਦੇ ਹਾਂ, ਉਸ ਦੇ ਸ਼ਾਸਕ ਨੂੰ ਵੀ ਹਰਾ ਕੇ ਹਰਸ਼ਵਰਧਨ ਨੇ ਉਸ ਕਾਮਰੂਪ ਤੇ ਆਪਣੀ ਜਿੱਤ ਪ੍ਰਾਪਤ ਕੀਤੀ ਸੀਗੀ। ਜਿਸ ਇਹਨਾਂ ਜਿੱਤਾਂ ਦੇ ਨਾਲ ਹਰਸ਼ਵਰਧਨ ਦੀ ਜਿਹੜੀ ਸਥਿਤੀ ਹੈ ਉਹ ਡੇ ਬਾਏ ਡੇ, ਦਿਨ ਪ੍ਰਤੀ ਦਿਨ ਜਿਹੜੀ ਹੈ ਕਾਫੀ ਸਟਰੋਂਗ ਹੁੰਦੀ ਜਾ ਰਹੀ ਸੀ, ਬੜੀ ਮਜ਼ਬੂਤ ਹੁੰਦੀ ਜਾ ਰਹੀ ਸੀਗੀ, ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹਰਸ਼ਵਰਧਨ ਨੇ ਆਪਣੇ ਇੱਕ ਤਾਂ ਜਿਹੜਾ ਐਡਮਿਨਿਸਟ੍ਰੇਸ਼ਨ ਸੀ, ਪ੍ਰਸ਼ਾਸਨਿਕ ਢਾਂਚਾ ਸੀ, ਉਸ ਨੂੰ ਵੀ ਬੜੇ ਚੰਗੇ ਤਰੀਕੇ ਨਾਲ ਸਟਰੋਂਗਲੀ ਉਸਨੇ ਉਸ ਆਪਣੇ ਪੂਰੇ ਭਾਰਤ ਦੇ ਵਿੱਚ ਉਸ ਨੂੰ ਚਲਾਇਆ ਸੀ। ਨੈਕਸਟ ਅਸੀਂ ਉਸ ਦੀ ਜਿੱਤ ਕਰਦੇ ਹਾਂ ਕਿ ਸਿੰਧ ਦੀ ਜਿੱਤ, ਕਨਕੁਐਸਟ ਆਫ ਸਿੰਧ। ਕਹਿੰਦੇ ਕਿ ਹਰਸ਼ਚਰਿਤ ਦੇ ਵਿੱਚ ਬਾਣਭੱਟ ਨੇ ਲਿਖਿਆ ਹੈ ਕਿ ਹਰਸ਼ਵਰਧਨ ਨੇ ਸਿੰਧ ਦੇ ਇਲਾਕੇ ਨੂੰ ਵੀ ਜਿੱਤਿਆ ਸੀ ਔਰ ਆਪਣੇ ਜਿਹੜਾ ਇਲਾਕੇ ਦਾ ਪੂਰੀ ਤਰ੍ਹਾਂ ਉਸਨੇ ਹੋਰ ਵੀ ਵਿਸਥਾਰ ਕਰ ਲਿਆ ਸੀ। ਨੈਕਸਟ ਹੈ ਸਾਡੇ ਕੋਲ ਕਨਕੁਐਸਟ ਆਫ ਗੰਜਮ, ਗੰਜਮ ਦੀ ਜਿੱਤ। ਬੰਗਾਲ ਨੂੰ ਜਿੱਤਣ ਤੋਂ ਬਾਅਦ ਹਰਸ਼ਵਰਧਨ ਨੇ ਭਾਰਤ ਦੇ ਪੂਰਬੀ ਤੱਟ ਦੇ ਕੋਲ ਗੰਜਮ, ਜਿਸ ਨੂੰ ਅੱਜ ਕੱਲ੍ਹ ਅਸੀਂ ਉੜੀਸਾ ਵੀ ਕਹਿ ਦਿੰਦੇ ਹਾਂ, ਉਸ ਉੱਤੇ ਜਿੱਤ ਪ੍ਰਾਪਤ ਕੀਤੀ ਸੀਗੀ। ਹਰਸ਼ ਨੇ ਪਹਿਲਾਂ ਵੀ ਇਸ ਪ੍ਰਦੇਸ਼ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਉਹ ਇਸ ਦੇ ਵਿੱਚ ਸਫਲ ਨਹੀਂ ਹੋ ਪਾਇਆ ਸੀ। ਨੈਕਸਟ ਹੈ ਸਾਡੇ ਕੋਲ ਨੇਪਾਲ ਅਤੇ ਕਸ਼ਮੀਰ ਦੀ ਜਿੱਤ, ਕਨਕੁਐਸਟ ਆਫ ਨੇਪਾਲ ਐਂਡ ਕਸ਼ਮੀਰ। ਕੁਝ ਇਤਿਹਾਸਕਾਰਾਂ ਦਾ ਇਹ ਵਿਚਾਰ ਹੈ ਕਿ ਹਰਸ਼ਵਰਧਨ ਨੇ ਨੇਪਾਲ ਦੇ ਇਲਾਕੇ ਨੂੰ ਵੀ ਜਿੱਤ ਲਿਆ ਸੀ ਅਤੇ ਪਹਾੜੀ ਇਲਾਕਿਆਂ ਤੇ ਵੀ ਆਪਣੀ ਜਿੱਤ ਪ੍ਰਾਪਤ ਕਰ ਲਈ ਸੀਗੀ। ਉਹ ਕਹਿੰਦੇ ਕਿ ਇਸ ਤਰ੍ਹਾਂ ਜਿਵੇਂ ਕਿ ਉਹ ਲਿਖਤਾਂ ਦੇ ਵਿੱਚ ਕਸ਼ਮੀਰ ਦੀ ਜਿੱਤ ਦਾ ਵੀ ਵਰਣਨ ਆਉਂਦਾ ਹੈਗਾ। ਕਈ ਇਤਿਹਾਸਕਾਰ ਜਿਹੜੇ ਆ ਉਹ ਇਸ ਗੱਲ ਦੇ ਵਿੱਚ ਵਿਸ਼ਵਾਸ ਕਰਦੇ ਹਨ, ਪਰ ਲੇਕਿਨ ਕਈ ਇਤਿਹਾਸਕਾਰ ਉਹ ਇਸ ਗੱਲ ਦੀ ਹਾਮੀ ਨਹੀਂ ਭਰਦੇ ਕਿ ਹਰਸ਼ਵਰਧਨ ਨੇ ਪਹਾੜੀ ਇਲਾਕਿਆਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਨੈਕਸਟ ਹੈ ਸਾਡੇ ਕੋਲ ਐਕਸਟੈਂਟ ਆਫ ਅੰਪਾਇਰ, ਰਾਜ ਵਿਸਥਾਰ। ਹਰਸ਼ ਦਾ ਜਿਹੜਾ ਰਾਜ ਆ ਬੜਾ ਵਿਸ਼ਾਲ ਸੀਗਾ, ਲਗਭਗ ਸਾਰਾ ਉੱਤਰੀ ਭਾਰਤ ਉਸ ਦੇ ਅਧੀਨ ਸੀਗਾ। ਉਸ ਦੇ ਸਾਮਰਾਜ ਦੀ ਜਿਹੜੀਆਂ ਹੱਦਾਂ ਸੀ ਉਹ ਉੱਤਰ ਵਿੱਚ ਹਿਮਾਲਿਆ ਤੋਂ ਲੈ ਕੇ ਦੱਖਣ ਵਿੱਚ ਨਰਮਦਾ ਨਦੀ ਤੱਕ ਅਤੇ ਪੂਰਬ ਵਿੱਚ ਉਸ ਦਾ ਰਾਜ ਕਾਮਰੂਪ ਤੋਂ ਲੈ ਕੇ ਉੱਤਰ ਪੱਛਮ ਵਿੱਚ ਪੂਰਬੀ ਪੰਜਾਬ ਤੱਕ ਫੈਲਿਆ ਹੋਇਆ ਸੀ। ਪੱਛਮ ਵਿੱਚ ਅਰਬ ਸਾਗਰ ਉਸ ਦੇ ਰਾਜ ਦੀ ਸੀਮਾ ਸੀ, ਉਸ ਦੇ ਰਾਜ ਦੀ ਬਾਉਂਡਰੀ ਸੀਗੀ। ਇਸ ਤਰ੍ਹਾਂ ਹਰਸ਼ ਦੇ ਸਾਮਰਾਜ ਵਿੱਚ ਉੱਤਰੀ ਭਾਰਤ ਦੇ ਕਸ਼ਮੀਰ, ਪੱਛਮੀ ਪੰਜਾਬ ਅਤੇ ਸਿੰਧ ਦੇ ਇਲਾਕੇ ਉਸ ਦੇ ਸਾਮਰਾਜ ਤੋਂ ਬਾਹਰ ਸਨ। ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਇਹ ਸਾਰੀਆਂ ਜਿੱਤਾਂ ਜਿਹੜੀਆਂ ਕਿ ਉਸ ਸਮੇਂ ਹਰਸ਼ਵਰਧਨ ਨੇ ਜਿੱਤੀਆਂ ਸਨ, ਜਿਸ ਦੇ ਵਿੱਚ ਬੰਗਾਲ ਦੀ ਜਿੱਤ, 5 ਪ੍ਰਦੇਸ਼ਾਂ ਦੀ ਜਿੱਤ, ਵਲਭੀ ਦੀ ਜਿੱਤ, ਇਸੇ ਤਰ੍ਹਾਂ ਪੁਲਕੇਸ਼ਨ ਦੂਜੇ ਨਾਲ ਯੁੱਧ, ਕਾਮਰੂਪ ਦੀ ਜਿੱਤ, ਸਿੰਧ ਦੀ ਜਿੱਤ, ਗੰਜਮ ਦੀ ਜਿੱਤ, ਨੇਪਾਲ ਅਤੇ ਕਸ਼ਮੀਰ ਦੀ ਜਿੱਤ ਅਤੇ ਉਸ ਤੋਂ ਬਾਅਦ ਉਸ ਦੇ ਰਾਜ ਦੇ ਵਿਸਥਾਰ ਦੇ ਬਾਰੇ ਅਸੀਂ ਜਾਣਿਆ ਹੈ। ਉਸ ਤੋਂ ਬਾਅਦ ਨੈਕਸਟ ਅਸੀਂ ਕਰਾਂਗੇ ਕਿ ਹਰਸ਼ ਦਾ ਪ੍ਰਸ਼ਾਸਨ, ਐਡਮਿਨਿਸਟ੍ਰੇਸ਼ਨ ਆਫ ਹਰਸ਼ਾ, ਕਿ ਹਰਸ਼ਵਰਧਨ ਦਾ ਜਿਹੜਾ ਪ੍ਰਸ਼ਾਸਨ ਸੀ, ਕਹਿੰਦੇ ਕਿ ਕਿਉਂਕਿ ਉਹ ਇੱਕ ਬਹੁਤ ਹੀ ਮਹਾਨ ਜੇਤੂ ਸੀਗਾ ਅਤੇ ਉਸ ਦੇ ਨਾਲ ਉਹ ਇੱਕ ਸਾਮਰਾਜ ਦਾ ਨਿਰਮਾਤਾ ਵੀ ਸੀ ਔਰ ਇਹ ਤਾਂ ਹੀ ਸੰਭਵ ਹੈ ਜੇਕਰ ਉਹ ਇੱਕ ਕੁਸ਼ਲ ਪ੍ਰਬੰਧਕ ਹੋਵੇ ਔਰ ਸਾਰੀਆਂ ਖੂਬੀਆਂ ਜਿਹੜੀਆਂ ਉਸ ਸਮੇਂ ਹਰਸ਼ਵਰਧਨ ਦੇ ਵਿੱਚ ਮੌਜੂਦ ਸਨ। ਉਹ ਇੱਕ ਕੁਸ਼ਲ ਸ਼ਾਸਨ ਪ੍ਰਬੰਧਕ ਵੀ ਸੀਗਾ, ਜਿਸ ਦੇ ਬਾਰੇ ਅਸੀਂ ਵਿਸਥਾਰਪੂਰਵਕ ਜਾਣਾਂਗੇ। ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਉਸ ਦੇ ਕੇਂਦਰੀ ਪ੍ਰਬੰਧ ਦੇ ਬਾਰੇ, ਸੈਂਟਰਲ ਐਡਮਿਨਿਸਟ੍ਰੇਸ਼ਨ ਦੇ ਬਾਰੇ। ਕਹਿੰਦੇ ਕਿ ਹਰਸ਼ਵਰਧਨ ਇੱਕ ਬਹੁਤ ਹੀ ਰਾਜ ਦਾ ਓਵਰਆਲ ਜਿਹੜਾ ਸਰਵਉੱਚ ਅਧਿਕਾਰੀ ਸੀਗਾ ਅਤੇ ਉਸ ਦੇ ਕੋਲ ਅਸੀਮ ਸ਼ਕਤੀਆਂ ਸੀ, ਕਿਉਂਕਿ ਰਾਜਾ ਸੀ, ਇਸ ਕਰਕੇ ਪੂਰੀ ਪਾਵਰ ਉਸ ਦੇ ਕੋਲ ਸੀਗੀ, ਜਿਸ ਕਰਕੇ ਉਹ ਇਸ ਦੇ ਨਾਲ ਉਹ ਬਹੁਤ ਹੀ ਦਿਆਲੂ ਅਤੇ ਉਦਾਰ ਵੀ ਸੀਗਾ। ਆਪਣੀ ਜਨਤਾ ਦੀ ਭਲਾਈ ਦੇ ਲਈ ਉਹ ਕਾਫੀ ਜਿਹੜਾ ਮਸ਼ੱਕਤ ਕਰਦਾ ਸੀ, ਬੜੀ ਮਿਹਨਤ ਕਰਦਾ ਸੀਗਾ ਅਤੇ ਆਪਣੇ ਪ੍ਰਜਾ ਦੇ ਦੁੱਖ ਤਕਲੀਫਾਂ ਨੂੰ ਵੀ ਸੁਣਦਾ ਸੀ। ਨੈਕਸਟ ਆ ਸਾਡੇ ਕੋਲ ਹੋਰ ਪ੍ਰਸ਼ਾਸਨਿਕ ਇਕਾਈਆਂ, ਅਦਰ ਐਡਮਿਨਿਸਟ੍ਰੇਟਿਵ ਯੂਨਿਟਸ। ਹਰਸ਼ਵਰਧਨ ਨੇ ਆਪਣੇ ਸਮਾਜ, ਆਪਣੇ ਪੂਰੇ ਸਾਮਰਾਜ ਨੂੰ ਜਿਹੜਾ ਹੈ ਉਹ ਭੁਗਤੀਆਂ, ਵਿਸ਼ਿਆਂ ਅਤੇ ਗ੍ਰਾਮਾਂ ਦੇ ਵਿੱਚ ਵੰਡਿਆ ਹੋਇਆ ਸੀਗਾ। ਭੁਗਤੀ ਜਿਸ ਨੂੰ ਅੱਜ ਕੱਲ੍ਹ ਅਸੀਂ ਸਟੇਟ ਕਹਿ ਦਿੰਦੇ ਹਾਂ, ਪ੍ਰਾਂਤ ਕਹਿ ਦਿੰਦੇ ਹਾਂ। ਕਹਿੰਦੇ ਕਿ ਉਸ ਦੇ ਮੁਖੀ ਨੂੰ ਵਪਾਰਿਕ ਮਹਾਰਾਜ ਕਿਹਾ ਜਾਂਦਾ ਸੀਗਾ।
ਉਹ ਆਮ ਤੌਰ ਤੇ ਜਿਹੜਾ ਸ਼ਾਹੀ ਪਰਿਵਾਰ ਦੇ ਨਾਲ ਜਾਂ ਰਾਜ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਹੁੰਦਾ ਸੀਗਾ। ਉਸ ਦਾ ਮੁੱਖ ਕੰਮ ਜਿਹੜਾ ਸੀ ਉਹ ਸੀ ਭੁਗਤੀ ਦੇ ਪ੍ਰਾਂਤਾਂ ਦੇ ਵਿੱਚ ਸ਼ਾਂਤੀ ਵਿਵਸਥਾ ਨੂੰ ਬਣਾਏ ਰੱਖਣਾ ਅਤੇ ਰਾਜੇ ਦੇ ਆਦੇਸ਼ਾਂ ਨੂੰ ਲਾਗੂ ਕਰਵਾਉਣਾ। ਉਸ ਤੋਂ ਬਾਅਦ ਭੁਗਤੀ ਨੂੰ ਅੱਗੇ ਵਿਸ਼ਿਆਂ ਦੇ ਵਿੱਚ, ਜਿਸ ਨੂੰ ਅਸੀਂ ਜ਼ਿਲ੍ਹੇ ਕਹਿ ਦਿੰਦੇ ਹਾਂ, ਉਹਨਾਂ ਵਿੱਚ ਵੰਡਿਆ ਹੋਇਆ ਸੀਗਾ ਅਤੇ ਉਸ ਦੀ ਨਿਯੁਕਤੀ, ਉਸ ਦਾ ਮੁਖੀ ਜਿਹੜਾ ਸੀ ਉਸ ਨੂੰ ਵਿਸ਼ਿਆਪਤੀ ਕਿਹਾ ਜਾਂਦਾ ਸੀ। ਇਸ ਤਰ੍ਹਾਂ ਉਹ ਕਹਿੰਦੇ ਕਿ ਉਸ ਦੀ ਨਿਯੁਕਤੀ ਜਿਹੜੀ ਹੈ ਉਹ ਵਪਾਰਿਕ ਮਹਾਰਾਜ ਵੱਲੋਂ ਕੀਤੀ ਜਾਂਦੀ ਸੀਗੀ। ਪ੍ਰਸ਼ਾਸਨ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਸੀ ਉਸ ਨੂੰ ਗ੍ਰਾਮ ਕਿਹਾ ਜਾਂਦਾ ਸੀਗਾ ਅਤੇ ਗ੍ਰਾਮ ਦਾ ਜਿਹੜਾ ਮੁਖੀ ਹੁੰਦਾ ਸੀਗਾ ਉਸ ਨੂੰ ਗ੍ਰਾਮਿਕ ਕਿਹਾ ਜਾਂਦਾ ਸੀ। ਉਸ ਦੀ ਸਹਾਇਤਾ ਦੇ ਲਈ ਪੰਚਾਇਤ ਹੁੰਦੀ ਸੀ। ਨੈਕਸਟ ਆ ਸਾਡੇ ਕੋਲ ਆਮਦਨ ਅਤੇ ਖਰਚ ਦੇ ਸਾਧਨ, ਸੋਰਸਿਸ ਆਫ ਇਨਕਮ ਐਂਡ ਐਕਸਪੈਂਡੀਚਰ ਆਫ ਗਵਰਨਮੈਂਟ। ਉਸ ਸਮੇਂ ਉਹ ਕਹਿੰਦੇ ਕਿ ਜਿਹੜਾ ਮੁੱਖ ਆਮਦਨ ਦਾ ਸੋਰਸ ਸੀ ਉਹ ਸੀ ਭੂਮੀ ਕਰ। ਉਹ ਕੁੱਲ ਉਪਜ ਦਾ 1/6ਵਾਂ ਹਿੱਸਾ ਜਿਹੜਾ ਉਹ ਲਿਆ ਜਾਂਦਾ ਸੀਗਾ। ਉਸ ਸਮੇਂ ਭੂਮੀ ਕਰ ਨੂੰ ਭਾਗ ਕਿਹਾ ਜਾਂਦਾ ਸੀ। ਉਸ ਸਮੇਂ ਕਹਿੰਦੇ ਕਿ ਕੁਝ ਇਹ ਅਨਾਜ ਦੇ ਰੂਪ ਵਿੱਚ ਇਕੱਠਾ ਕੀਤਾ ਜਾਂਦਾ ਸੀਗਾ ਅਤੇ ਸਰਕਾਰ ਜਿਹੜੀ ਸੀ ਵਪਾਰਿਕ ਵਸਤਾਂ ਤੇ ਚੁੰਗੀ ਕਰ ਅਤੇ ਵਿਕਰੀ ਕਰ ਵੀ ਲਾਉਂਦੀ ਸੀ। ਉਸ ਤੋਂ ਬਾਅਦ ਉਹ ਕਹਿੰਦੇ ਕਿ ਸਰਕਾਰ ਦੀ ਆਮਦਨ ਨੂੰ 4 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਸੀ। ਪਹਿਲਾ ਭਾਗ ਜਿਹੜਾ ਹੈ ਆਮਦਨ ਦਾ ਉਹ ਰਾਜ ਦੇ ਕੰਮਾਂ ਤੇ ਖਰਚ ਹੁੰਦਾ ਸੀ। ਦੂਜਾ ਭਾਗ ਜਿਹੜਾ ਸੀ ਉਹ ਮੰਤਰੀਆਂ ਅਤੇ ਰਾਜ ਦੇ ਕਰਮਚਾਰੀਆਂ ਨੂੰ ਤਨਖਾਹ ਦਿੱਤੀ ਜਾਂਦੀ ਸੀ। ਤੀਸਰੇ ਭਾਗ ਦੀ ਜਿਹੜੀ ਆਮਦਨ ਸੀ ਉਸ ਦੇ ਵਿੱਚ ਭਿਕਸ਼ੂਆਂ ਅਤੇ ਬ੍ਰਾਹਮਣਸ ਨੂੰ ਦਾਨ ਦਿੱਤਾ ਜਾਂਦਾ ਸੀ ਅਤੇ ਚੌਥੇ ਭਾਗ ਦੀ ਆਮਦਨ ਦੇ ਨਾਲ ਵਿਦਵਾਨਾਂ ਨੂੰ ਇਨਾਮ ਦਿੱਤੇ ਜਾਂਦੇ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਦੰਡ ਵਿਧਾਨ, ਪੈਨਲ ਕੋਡ। ਉਹ ਕਹਿੰਦੇ ਕਿ ਹਰਸ਼ਵਰਧਨ ਦੇ ਸਮੇਂ ਦੰਡ ਵਿਧਾਨ ਬਹੁਤ ਹੀ ਜ਼ਿਆਦਾ ਸਖਤ ਸੀ। ਛੋਟੇ ਛੋਟੇ ਅਪਰਾਧਾਂ ਦੇ ਲਈ ਜਿਹੜੇ ਅਪਰਾਧੀ ਹੁੰਦੇ ਸਨ ਉਹਨਾਂ ਦੇ ਕੰਨ ਕੱਟ ਦਿੱਤੇ ਜਾਂਦੇ ਸਨ, ਉਹਨਾਂ ਦੇ ਹੱਥ ਕੱਟ ਦਿੱਤੇ ਜਾਂਦੇ ਸਨ। ਤਾਂ ਉਹ ਕਹਿੰਦੇ ਛੋਟੇ ਛੋਟੇ ਅਪਰਾਧਾਂ ਦੇ ਲਈ ਇੰਨੀ ਕਠੋਰ ਸਜ਼ਾ ਦੇ ਨਾਲ ਜਿਹੜਾ ਉਹ ਉਸ ਸਮੇਂ ਅਪਰਾਧ ਬਹੁਤ ਹੀ ਘੱਟ ਹੁੰਦੇ ਸਨ ਔਰ ਅਪਰਾਧੀਆਂ ਨੂੰ ਜੁਰਮਾਨੇ ਵੀ ਕੀਤੇ ਜਾਂਦੇ ਸਨ। ਨੈਕਸਟ ਹੈ ਸਾਡੇ ਕੋਲ ਅਭਿਲੇਖ ਵਿਭਾਗ, ਰਿਕਾਰਡ ਡਿਪਾਰਟਮੈਂਟ। ਪੂਰੇ ਹਰ ਚੀਜ਼ ਦਾ ਲੇਖਾ ਜੋਖਾ ਰੱਖਣ ਦੇ ਲਈ ਹਰਸ਼ਵਰਧਨ ਨੇ ਉਸ ਸਮੇਂ ਇੱਕ ਅਭਿਲੇਖ ਵਿਭਾਗ ਦੀ ਵੀ ਸਥਾਪਨਾ ਕੀਤੀ ਸੀਗੀ, ਜਿਸ ਦੇ ਵਿੱਚ ਪੂਰਾ ਜਿਹੜਾ ਉਹ ਦਫ਼ਤਰੀ ਅਫੀਸ਼ੀਅਲ ਰਿਕਾਰਡ ਸੰਭਾਲ ਕੇ ਰੱਖਿਆ ਜਾਂਦਾ ਸੀ। ਨੈਕਸਟ ਹੈ ਸਾਡੇ ਕੋਲ ਸੈਨਿਕ ਪ੍ਰਬੰਧ, ਮਿਲਟਰੀ ਐਡਮਿਨਿਸਟ੍ਰੇਸ਼ਨ। ਉਸ ਹਰਸ਼ਵਰਧਨ ਦੇ ਸਮੇਂ ਹਰਸ਼ਵਰਧਨ ਨੇ ਆਪਣੀ ਇੱਕ ਪੋਜੀਸ਼ਨ ਨੂੰ ਸਟਰੋਂਗ ਕਰਨ ਦੇ ਲਈ, ਆਪਣੇ ਰਾਜ ਦਾ ਵਿਸਥਾਰ ਕਰਨ ਦੇ ਲਈ ਇੱਕ ਬਹੁਤ ਵੱਡੀ ਸੈਨਾ ਦਾ ਜਿਹੜਾ ਉਹ ਗਠਨ ਕੀਤਾ ਹੋਇਆ ਸੀ। ਉਸ ਕੋਲ ਲਗਭਗ 1 ਲੱਖ ਘੋੜਸਵਾਰ, 60,000 ਹਾਥੀ ਅਤੇ 50,000 ਪੈਦਲ ਸੈਨਿਕ ਜਿਹੜੇ ਉਹ ਸਨ। ਔਰ ਇਸ ਤੋਂ ਇਲਾਵਾ ਕੁਝ ਜਿਹੜੇ ਉਸ ਦੇ ਅੰਡਰ ਰਾਜੇ ਸੀਗੇ ਉਹ ਵੀ ਸਮੇਂ-ਸਮੇਂ ਤੇ ਉਸ ਨੂੰ ਮਦਦ ਜਿਹੜੀ ਉਹ ਭੇਜਦੇ ਸਨ। ਬੀਪੀ ਸ਼ਾਹ ਅਤੇ KS ਬਹੇਰਾ ਦੇ ਅਨੁਸਾਰ ਹਰਸ਼ ਇੱਕ ਯੋਗ ਸ਼ਾਸਨ ਪ੍ਰਬੰਧਕ ਸੀ। ਉਸ ਤੋਂ ਬਾਅਦ ਇਹ ਤਸੀਂ ਉਸ ਦਾ ਪ੍ਰਸ਼ਾਸਨ। ਨੈਕਸਟ ਅਸੀਂ ਕਰਦੇ ਹਾਂ ਕਿ ਹਰਸ਼ ਦਾ ਚਰਿੱਤਰ ਅਤੇ ਸਫਲਤਾਵਾਂ, ਕਰੈਕਟਰ ਐਂਡ ਅਚੀਵਮੈਂਟਸ ਆਫ ਹਰਸ਼ਾ। ਕਿਉਂਕਿ ਜਿਵੇਂ ਕਿ ਪਿਛਲੇ ਜਿਹੜੀਆਂ ਅਸੀਂ ਡਿਸਕਸ ਕੀਤਾ ਉਸ ਤੋਂ ਅਸੀਂ ਜਾਣਿਆ ਕਿ ਹਰਸ਼ਵਰਧਨ ਇੱਕ ਬੜਾ ਹੀ ਯੋਗ ਪ੍ਰਬੰਧਕ ਸੀ, ਇੱਕ ਮਹਾਨ ਵਿਜੇਤਾ ਸੀਗਾ। ਇਸ ਤਰ੍ਹਾਂ ਅਸੀਂ ਆਪਣਾ ਜਾਣਾਂਗੇ ਹੁਣ ਕਿ ਕਿਸ ਤਰ੍ਹਾਂ ਹਰਸ਼ ਦਾ ਕਰੈਕਟਰ ਔਰ ਸਫਲਤਾਵਾਂ ਦੇ ਬਾਰੇ। ਸਭ ਤੋਂ ਪਹਿਲਾਂ ਉਹ ਇੱਕ ਬਹੁਤ ਹੀ ਯੋਗ ਜਿਹੜਾ ਸੀ, ਉਹ ਇੱਕ ਮਹਾਨ ਜੇਤੂ ਸੀ, ਇੱਕ ਗ੍ਰੇਟ ਕਨਕਿਊਰਰ। ਕਹਿੰਦੇ ਕਿ ਉਹ ਇੱਕ ਮਹਾਨ ਜੇਤੂ ਮੰਨਿਆ ਗਿਆ ਹੈ ਕਿ ਉਸਨੇ ਆਪਣੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਜਿੱਤਾਂ, ਜਿਵੇਂ ਕਿ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਇਸ ਦੇ ਬਾਰੇ, ਕਿ ਉਸਨੇ ਪੰਜਾਬ, ਉੜੀਸਾ, ਬਿਹਾਰ, ਕਨੌਜ, ਗੁਜਰਾਤ ਅਤੇ ਸਿੰਧ ਦੇ ਇਲਾਕਿਆਂ ਨੂੰ ਆਪਣੇ ਅਧੀਨ ਕੀਤਾ ਸੀਗਾ। ਅਤੇ ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਇੱਕ ਮਹਾਨ ਸਾਮਰਾਜ ਨਿਰਮਾਤਾ, ਇੱਕ ਗ੍ਰੇਟ ਅੰਪਾਇਰ ਬਿਲਡਰ। ਕਹਿੰਦੇ ਕਿ ਉਸ ਜਦੋਂ ਉੱਤਰੀ ਭਾਰਤ ਛੋਟੇ ਛੋਟੇ ਰਾਜਾਂ 'ਚ ਵੰਡਿਆ ਹੋਇਆ ਸੀਗਾ 6ਵੀਂ ਸਦੀ ਵਿੱਚ, ਜਦੋਂ ਗੁਪਤ ਸਾਮਰਾਜ ਦਾ ਪਤਨ ਹੋ ਗਿਆ ਸੀ, ਤਾਂ ਉਸ ਪਤਨ ਤੋਂ ਬਾਅਦ ਕਹਿੰਦੇ ਕਿ ਕਾਫੀ ਸਾਰੀਆਂ ਜਿੱਤਾਂ ਜਿੱਤ ਕੇ ਇੱਕ ਮਹਾਨ ਸਾਮਰਾਜ ਦਾ ਜਿਹੜਾ ਹਰਸ਼ਵਰਧਨ ਨੇ ਨਿਰਮਾਣ ਕੀਤਾ ਸੀ। ਉਸ ਤੋਂ ਬਾਅਦ ਹੈ ਇੱਕ ਕੁਸ਼ਲ ਸ਼ਾਸਨ ਪ੍ਰਬੰਧਕ, ਐਨ ਐਫੀਸ਼ੀਐਂਟ ਐਡਮਿਨਿਸਟ੍ਰੇਟਰ। ਕਹਿੰਦੇ ਹਰਸ਼ਵਰਧਨ ਨਾ ਕੇਵਲ ਇੱਕ ਜੇਤੂ ਸੀਗਾ, ਸਗੋਂ ਇੱਕ ਸਾਮਰਾਜ ਦਾ ਨਿਰਮਾਤਾ ਵੀ ਸੀਗਾ, ਉਹ ਇੱਕ ਕੁਸ਼ਲ ਸ਼ਾਸਨ ਪ੍ਰਬੰਧਕ ਵੀ ਸੀ। ਕਹਿੰਦੇ ਉਸਨੇ ਸਾਮਰਾਜ ਨੂੰ ਚਲਾਉਣ ਦੇ ਲਈ ਆਪਣੇ ਵੱਲੋਂ ਬਹੁਤ ਯੋਗ ਪ੍ਰਬੰਧ ਕੀਤੇ ਹੋਏ ਸਨ। ਨੈਕਸਟ ਹੈ ਸਾਡੇ ਕੋਲ ਉਦਾਰ ਅਤੇ ਦਾਨੀ।
ਕਹਿੰਦੇ ਕਿ ਉਹ ਬਹੁਤ ਹੀ ਜ਼ਿਆਦਾ ਲਿਬਰਲ ਸੀਗਾ। ਹਿਊਨ ਸੰਗ ਜਿਹੜਾ ਹੈ ਉਹ ਦੇ ਅਨੁਸਾਰ ਲਿਖਦਾ ਹੈ ਕਿ ਹਿਊਨ ਸੰਗ ਕਿ ਹਰਸ਼ ਬੜਾ ਉਦਾਰ ਅਤੇ ਦਾਨੀ ਵਿਅਕਤੀ ਸੀ। ਉਹ ਗਰੀਬਾਂ ਨੂੰ ਬਹੁਤ ਖੁੱਲ੍ਹ ਕੇ ਦਾਨ ਦਿੰਦਾ ਸੀਗਾ ਕਿ 643 ਈਸਵੀ ਦੇ ਪ੍ਰਯਾਗ ਦੇ ਸੰਮੇਲਨ ਵਿੱਚ ਤਾਂ ਉਸ ਨੇ ਜਿਹੜਾ ਆਪਣਾ ਸਭ ਕੁਝ ਹੀ ਦਾਨ ਕਰ ਦਿੱਤਾ ਸੀ। ਨੈਕਸਟ ਹੈ ਪਰਿਵਾਰ ਪ੍ਰੇਮੀ। ਉਹ ਕਹਿੰਦੇ ਕਿ ਆਪਣੇ ਪਰਿਵਾਰ ਨੂੰ ਬੜਾ ਪਿਆਰ ਕਰਦਾ ਸੀਗਾ। ਆਪਣੇ ਭਰਾ ਆਪਣੇ ਪਣਵਈਏ ਦਾ ਬਦਲਾ ਲੈਣ ਲਈ ਉਸਨੇ ਕਨੌਜ ਤੇ ਹਮਲਾ ਕੀਤਾ ਸੀਗਾ। ਇਸੇ ਤਰ੍ਹਾਂ ਧਾਰਮਿਕ ਸਹਿਣਸ਼ੀਲ, ਕਹਿੰਦੇ ਬਹੁਤ ਹੀ ਧਾਰਮਿਕ ਸਹਿਣਸ਼ੀਲਤਾ ਵਾਲਾ ਸੀ। ਉਸਨੇ ਕਿਸੇ ਤੋਂ ਵੀ ਜਬਰੀ ਜਿਹੜਾ ਹੈ ਉਹ ਕੰਮ ਨਹੀਂ ਲਿਆ ਅਤੇ ਹੋਰਨਾਂ ਧਰਮਾਂ ਦੇ ਪ੍ਰਤੀ ਵੀ ਉਸਨੇ ਇੱਕ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਸੀ। ਨੈਕਸਟ ਸਾਡੇ ਕੋਲ ਕਿ ਉਹ ਇੱਕ ਮਹਾਨ ਵਿਦਵਾਨ ਸੀ, ਇੱਕ ਗ੍ਰੇਟ ਸਕਾਲਰ। ਉਹ ਆਪ ਇੱਕ ਉੱਚ ਕੋਟੀ ਦਾ ਵਿਦਵਾਨ ਸੀਗਾ। ਉਸਨੇ 3 ਪ੍ਰਸਿੱਧ ਨਾਟਕ ਲਿਖੇ ਸਨ, ਨਾਗਾਨੰਦ, ਰਤਨਾਵਲੀ ਅਤੇ ਪ੍ਰਿਯਦਰਸ਼ਿਕਾ। ਉਸ ਦੇ ਦਰਬਾਰ ਦੇ ਵਿੱਚ ਕਈ ਵਿਦਵਾਨਾਂ ਨੂੰ ਵੀ ਸਰਪ੍ਰਸਤੀ ਦਿੱਤੀ ਹੋਈ ਸੀ। ਨੈਕਸਟ ਸਾਡੇ ਕੋਲ ਸੰਸਕ੍ਰਿਤਿਕ ਵਿਕਾਸ ਅਤੇ ਦੇਣ, ਕਹਿੰਦੇ ਕਲਚਰਲ ਡਿਵੈਲਪਮੈਂਟ ਐਂਡ ਲੈਗੇਸੀ। ਹਰਸ਼ਵਰਧਨ ਦੇ ਸਮੇਂ ਸੰਸਕ੍ਰਿਤਿਕ ਤੌਰ ਤੇ ਸੰਸਕ੍ਰਿਤਿਕ ਖੇਤਰ ਦੇ ਵਿੱਚ ਇੱਕ ਬਹੁਤ ਅਦੁੱਤੀ ਉન્નਤੀ ਹੋਈ ਸੀ। ਇਸ ਕਾਲ ਵਿੱਚ ਭਵਨ ਨਿਰਮਾਣ ਕਲਾ, ਚਿੱਤਰ ਕਲਾ, ਸੰਗੀਤ ਕਲਾ, ਸਿੱਖਿਆ, ਸਾਹਿਤ ਅਤੇ ਧਾਰਮਿਕ ਖੇਤਰ ਵਿੱਚ ਬਹੁਤ ਹੀ ਮਹੱਤਵਪੂਰਨ ਤਬਦੀਲੀਆਂ ਹੋਈਆਂ ਸਨ ਅਤੇ ਸੰਸਕ੍ਰਿਤਿਕ ਵਿਕਾਸ ਨੂੰ ਇੱਕ ਬੜੀ ਹੀ ਮਹੱਤਵਪੂਰਨ ਨਵੀਂ ਦਿਸ਼ਾ ਮਿਲੀ ਸੀ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਸਿੱਖਿਆ ਦੇ ਵਿੱਚ, ਐਜੂਕੇਸ਼ਨ ਦੇ ਵਿੱਚ ਉਸ ਸਮੇਂ ਕਹਿੰਦੇ ਕਿ ਉੱਤਰੀ ਤੇ ਦੱਖਣੀ ਭਾਰਤ ਵਿੱਚ ਅਨੇਕਾਂ ਸਿੱਖਿਆ ਸੰਸਥਾਵਾਂ ਜਿਹੜੀਆਂ ਸਨ ਉਹ ਕਾਇਮ ਕੀਤੀਆਂ ਗਈਆਂ। ਉਸ ਸਮੇਂ ਨਾਲੰਦਾ ਯੂਨੀਵਰਸਿਟੀ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਸੀ ਅਤੇ ਵਿਦੇਸ਼ਾਂ ਤੋਂ ਵੀ ਲੋਕ ਭਾਰਤ ਦੇ ਵਿੱਚ ਆਪਣੀ ਸਿੱਖਿਆ ਪ੍ਰਾਪਤ ਕਰਨ ਲਈ ਆਉਂਦੇ ਸੀ। ਹਿਊਨ ਸੰਗ ਵੀ ਇੱਥੇ 5 ਸਾਲਾਂ ਤੱਕ ਇੱਥੇ ਪੜ੍ਹਿਆ ਸੀ। ਉਸ ਨਾਲੰਦਾ ਯੂਨੀਵਰਸਿਟੀ ਦੇ ਵਿੱਚ 10,000 ਵਿਦਿਆਰਥੀ ਜਿਹੜੇ ਪੜ੍ਹਦੇ ਸਨ, 1500 ਅਧਿਆਪਕ ਪੜ੍ਹਾਉਣ ਵਾਲੇ ਸਨ ਅਤੇ ਵਿਦਿਆਰਥੀਆਂ ਤੋਂ ਫੀਸ ਨਹੀਂ ਲਈ ਜਾਂਦੀ ਸੀਗੀ ਅਤੇ ਉਹਨਾਂ ਦਾ ਰਹਿਣ ਸਹਿਣ, ਖਾਣਾ ਪੀਣਾ ਸਭ ਫ੍ਰੀ ਹੁੰਦਾ ਸੀ। ਉੱਥੇ ਵੈਦਿਕ ਸਾਹਿਤ, ਬੌਧੀ ਸਾਹਿਤ, ਵਿਆਕਰਨ, ਜੋਤਿਸ਼ ਸ਼ਾਸਤਰ, ਤਰਕ ਸ਼ਾਸਤਰ, ਗਣਿਤ, ਉਹ ਸਾਰਾ ਕੁਝ ਜਿਹੜਾ ਉੱਥੇ ਸਿਖਾਇਆ ਜਾਂਦਾ ਸੀ, ਵਿਸ਼ੇ ਪੜ੍ਹਾਏ ਜਾਂਦੇ ਸਨ। ਕਹਿੰਦੇ ਇਸ ਯੂਨੀਵਰਸਿਟੀ ਦੇ ਖਰਚੇ ਲਈ ਹਰਸ਼ਵਰਧਨ ਨੇ 200 ਪਿੰਡਾਂ ਦੀ ਲਗਾਨ ਮੁਕਤ ਜ਼ਮੀਨ ਜਿਹੜੀ ਹੈ ਉਹ ਦਾਨ ਵਿੱਚ ਦਿੱਤੀ ਹੋਈ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਸਾਹਿਤ, ਲਿਟਰੇਚਰ। ਜਿਵੇਂ ਕਿ ਪਹਿਲਾਂ ਵੀ ਮੈਂ ਤੁਹਾਨੂੰ ਹੁਣੇ ਦੱਸ ਚੁੱਕਿਆ ਕਿ ਸਾਹਿਤ ਦੇ ਵਿੱਚ ਜਿਹੜਾ ਹਰਸ਼ਵਰਧਨ ਦੇ ਸਮੇਂ ਇੱਕ ਅਦੁੱਤੀ ਵਿਕਾਸ ਹੋਇਆ ਸੀ ਇਸ ਖੇਤਰ ਦੇ ਵਿੱਚ, ਕਿਉਂਕਿ ਹਰਸ਼ਵਰਧਨ ਜਿਹੜਾ ਆਪ ਇੱਕ ਉੱਚ ਕੋਟੀ ਦਾ ਵਿਦਵਾਨ ਸੀ। ਉਸਨੇ ਰਤਨਾਵਲੀ, ਪ੍ਰਿਯਦਰਸ਼ਿਕਾ, ਨਾਗਾਨੰਦ ਨਾਂ ਦੇ ਜਿਹੜੇ 3 ਪ੍ਰਸਿੱਧ ਨਾਟਕ ਲਿਖੇ ਸੀਗੇ। ਉਸ ਨੂੰ ਵਿਦਵਾਨਾਂ ਨਾਲ ਇੰਨਾ ਪਿਆਰ ਸੀ ਕਿ ਆਪਣੀ ਰਾਜ ਦੀ ਆਮਦਨ ਦਾ ਜਿਹੜਾ 1/4 ਹਿੱਸਾ ਉਹ ਕਹਿੰਦੇ ਕਿ ਉਹਨਾਂ ਨੂੰ ਇਨਾਮ ਵਜੋਂ ਹੀ ਵੰਡ ਦਿੰਦਾ ਸੀ। ਬਾਣ ਭੱਟ ਜਿਹੜਾ ਸੀ ਉਸ ਸਮੇਂ ਦਾ ਸਭ ਤੋਂ ਪ੍ਰਸਿੱਧ ਵਿਦਵਾਨ ਸੀਗਾ। ਉਸਨੇ ਹਰਸ਼ਚਰਿਤ ਅਤੇ ਕਦੰਬਰੀ ਨਾਂ ਦੇ ਜਿਹੜੇ ਉਹ 2 ਲਿਖਤਾਂ ਲਿਖ ਕੇ ਹਰਸ਼ ਦੇ ਨਾਮ ਨੂੰ ਇਤਿਹਾਸ ਦੇ ਵਿੱਚ ਅਮਰ ਬਣਾ ਦਿੱਤਾ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਕਲਾ, ਆਰਟ। ਕਹਿੰਦੇ ਕਿ ਕਲਾ ਦੇ ਖੇਤਰ ਵਿੱਚ ਵੀ ਅਦੁੱਤੀ ਉન્નਤੀ ਹੋਈ ਸੀਗੀ। ਦੱਖਣੀ ਭਾਰਤ ਵਿੱਚ ਪੱਲਵ ਅਤੇ ਚਲੂਕਿਆ ਰਾਜਿਆਂ ਨੇ ਬੜੇ ਸ਼ਾਨਦਾਰ ਮੰਦਰਾਂ ਦੀ ਉਸਾਰੀ ਕਰਾਈ ਸੀਗੀ ਅਤੇ ਬਦਾਮੀ, ਐਹੋਲ, ਕਾਂਚੀ ਅਤੇ ਮਹਾਬਲੀਪੁਰਮ ਵਿੱਚ ਇਹ ਦੇਖੇ ਜਾ ਸਕਦੇ ਹੈਗੇ ਆ ਅਤੇ ਬਹੁਤ ਸਾਰੇ ਸ਼ਾਸਕਾਂ ਨੇ ਚਟਾਨਾਂ ਨੂੰ ਤਰਾਸ਼ ਕੇ ਜਿਹੜੇ ਬੜੇ ਹੀ ਸੁੰਦਰ ਆਪਣਾ ਮੰਦਰ ਬਣਵਾਏ ਸੀਗੇ। ਉਸ ਤੋਂ ਬਾਅਦ ਹੈ ਸਾਡੇ ਕੋਲ ਧਰਮ, ਰਿਲੀਜਨ। ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਕਿ ਹਰਸ਼ਵਰਧਨ ਦੇ ਕਾਲ ਦੇ ਵਿੱਚ ਧਰਮ ਦਾ ਜਿਹੜਾ ਬੜਾ ਵਿਸਥਾਰ ਹੋਇਆ ਸੀਗਾ। ਉਹਨਾਂ ਨੇ ਬੜੀ ਸਹਿਣਸ਼ੀਲਤਾ ਦੀ ਨੀਤੀ ਬਣਾਈ ਸੀਗੀ। ਇਸ ਤਰ੍ਹਾਂ ਵਿਦਿਆਰਥੀਓ ਅਸੀਂ ਦੇਖਦੇ ਹਾਂ ਕਿ ਹਰਸ਼ ਦੇ ਸਮੇਂ ਵਰਧਨ ਸ਼ਾਸਕਾਂ ਦੇ ਬਾਰੇ ਅਸੀਂ ਜਾਣਿਆ, ਉਹਨਾਂ ਦੀ ਪ੍ਰਾਪਤੀਆਂ ਦੇ ਬਾਰੇ ਅਤੇ ਉਹਨਾਂ ਦੀ ਦੇਣ ਦੇ ਬਾਰੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਗਿਆ ਹੋਣਾ। ਧੰਨਵਾਦ।